ਸਤਿਕਾਰਯੋਗ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਲੜੀਵਾਰ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਅਸ਼ਟਪਦੀ ਨੰਬਰ 12 ਅਤੇ ਉਸ ਦਾ ਬੰਦ ਨੰਬਰ 7 ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 279 ਉੱਤੇ ਦਰਜ ਹੈ। ਇਸ ਅਸ਼ਟਪਦੀ ਦਾ ਜੋ ਸ਼ਲੋਕ ਹੈ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਤਕਰੀਬਨ ਯਾਦ ਹੀ ਹੋਣਾ ਹੈ, ਜਿਸ ਵਿੱਚ ਗੁਰੂ ਜੀ ਨੇ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਹੋਈ ਹੈ। ਇੱਕ ਉਹ ਮਨੁੱਖ ਜਿਹੜਾ ਨਿਮਰਤਾ ਭਾਵ ਵਿੱਚ ਰਹਿੰਦਾ ਹੈ, ਉਹ ਆਪਣਾ ਸੁਖੀ ਜੀਵਨ ਬਸਰ ਕਰਦਾ ਹੈ, ਤੇ ਜਿਹੜੇ ਲੋਕ ਹੰਕਾਰ ਵਿੱਚ ਮੱਤੇ ਰਹਿੰਦੇ ਨੇ, ਉਹ ਆਪਣੇ ਹੰਕਾਰ ਵਿੱਚ ਹੀ ਆਪਣੀ ਜ਼ਿੰਦਗੀ ਬਰਬਾਦ ਕਰਕੇ ਚਲੇ ਜਾਂਦੇ ਨੇ। ਸ਼ਲੋਕ ਵਿੱਚ ਸਾਨੂੰ ਗੁਰੂ ਜੀ ਨੇ ਇਹ ਬਚਨ ਜਿਹੜੇ ਨੇ ਉਹ ਸਮਝਾਏ ਨੇ। ਪਿਛਲੀ ਕਥਾ ਦੌਰਾਨ ਆਪਾਂ ਬੰਦ ਨੰਬਰ 6 ਸਮਝਿਆ ਸੀ, ਜਿਸ ਦੀਆਂ ਅਖੀਰਲੀਆਂ ਪੰਕਤੀਆਂ ਤੁਹਾਡੇ ਸਾਹਮਣੇ ਨੇ, ਜਿਨ੍ਹਾਂ ਵਿੱਚ ਗੁਰੂ ਜੀ ਨੇ ਆਖਿਆ ਸੀ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਜਿਵੇਂ ਅੱਜ ਵਾਲੇ ਬੰਦ ਵਿੱਚ ਪਰਮਾਤਮਾ ਦੀ ਗੱਲ ਹੀ ਗੁਰੂ ਜੀ ਨੇ ਕੀਤੀ ਏ, ਇਸੇ ਤਰ੍ਹਾਂ ਬੰਦ ਨੰਬਰ 6 ਵਿੱਚ ਵੀ ਗੁਰੂ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਆਪਾਂ ਨੂੰ ਸਮਝਾਇਆ ਸੀ ਕਿ ਉਹ ਪਰਮਾਤਮਾ ਨਾ ਮਰਦਾ ਏ, ਨਾ ਉਹਦਾ ਕਦੀ ਵਿਨਾਸ਼ ਹੁੰਦਾ ਹੈ, ਨਾ ਉਹ ਕਿਤੋਂ ਆਉਂਦਾ ਹੈ ਤੇ ਨਾ ਕਿਤੇ ਜਾਂਦਾ ਹੈ। ਉਹ ਸਦਾ ਹੀ ਹਰ ਜਗ੍ਹਾ ਤੇ ਇੱਕ ਰਸ ਵਿਆਪਕ ਰਹਿੰਦਾ ਹੈ, ਸਮਾਇਆ ਹੋਇਆ ਹੈ। ਯਾਨੀ ਕੋਈ ਇਹੋ ਜਿਹੀ ਥਾਂ ਨਹੀਂ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨਾ ਹੋਣ। ਉਹ ਸਾਰੀਆਂ ਥਾਵਾਂ ਤੇ ਇੱਕ ਰਸ ਵਿਆਪਕ ਹਨ। ਇਸ ਗੱਲ ਨੂੰ ਭਗਤ ਪੀਪਾ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਬੜਾ ਸੋਹਣਾ ਗਿਆਨ ਬਖਸ਼ਿਆ। ਆਪ ਜੀ ਫਰਮਾਉਂਦੇ ਨੇ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਛ ਆਏਬੋ ਨਾ ਕਛ ਜਾਏਬੋ, ਰਾਮ ਕੀ ਦੁਹਾਈ। ਭਗਤ ਪੀਪਾ ਜੀ ਆਖਦੇ ਨੇ, ਮੈਂ ਉੱਚੀ ਉੱਚੀ ਰਾਮ ਦੀ ਦੁਹਾਈ ਦੇ ਕੇ ਗੱਲ ਕਹਿ ਰਿਹਾ ਕਿ ਨਾ ਤੇ ਸੰਸਾਰ ਵਿੱਚ ਕੋਈ ਚੀਜ਼ ਬਾਹਰੋਂ ਆਉਂਦੀ ਹੈ ਤੇ ਨਾ ਕੋਈ ਬਾਹਰ ਜਾਂਦੀ ਹੈ, ਨਾ ਕੋਈ ਜਨਮਦਾ ਹੈ ਤੇ ਨਾ ਕੋਈ ਮਰਦਾ ਹੈ। ਇਹ ਗੱਲ ਸਮਝ ਕਦੋਂ ਆਉਂਦੀ ਹੈ? ਵੇਖੋ, ਅਸੀਂ ਸਾਰੇ ਇਸ ਤਰ੍ਹਾਂ ਹੀ ਸਮਝਦੇ ਹਾਂ ਕਿ ਸੰਸਾਰ ਵਿੱਚ ਚੀਜ਼ਾਂ, ਮਨੁੱਖ, ਜੀਵ ਪੈਦਾ ਹੋ ਰਹੇ ਨੇ ਤੇ ਬਿਨਸ ਰਹੇ ਨੇ। ਅਸੀਂ ਸਾਰੇ ਲੋਕ ਇਸ ਤਰ੍ਹਾਂ ਹੀ ਸਮਝਦੇ ਹਾਂ, ਔਰ ਇਹ ਹੋ ਰਿਹਾ ਸਾਡੇ ਸਾਹਮਣੇ, ਸੱਚਾਈ ਹੈ, ਕੋਈ ਝੂਠ ਨਹੀਂ। ਲੇਕਿਨ ਇਹ ਕਦੋਂ ਪਤਾ ਲੱਗਦਾ ਹੈ ਕਿ ਕੁਝ ਆਉਂਦਾ ਨਹੀਂ ਤੇ ਕੁਝ ਜਾਂਦਾ ਨਹੀਂ? ਇਹ ਗੱਲ ਭਗਤ ਪੀਪਾ ਜੀ ਆਖਦੇ ਨੇ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਜਦੋਂ ਕੋਈ ਮਨੁੱਖ ਆਪਣੇ ਸਰੀਰ ਦੇ ਅੰਦਰ ਦੀ ਖੋਜ ਕਰਦਾ ਹੈ, ਸਾਡੇ ਬਹੁਤ ਸਾਰੇ ਵਿਗਿਆਨੀ ਜਨ ਨੇ ਜਿਹੜੇ ਇਸ ਬ੍ਰਹਿਮੰਡ ਦੀ ਬਾਹਰਮੁਖੀ ਖੋਜ ਕਰਨ ਤੇ ਸਦੀਆਂ ਤੋਂ ਲੱਗੇ ਹੋਏ ਨੇ, ਔਰ ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ, ਬੜੀ ਦੂਰ ਤੱਕ ਖੋਜ ਕਰ ਲਈ ਏ। ਔਰ ਉਸ ਖੋਜ ਦਾ ਹੀ ਸਿੱਟਾ ਹੈ ਕਿ ਅੱਜ ਅਸੀਂ ਘਰਾਂ ਵਿੱਚ ਬੈਠੇ ਹੋਏ ਵੀ ਸਾਧ ਸੰਗਤ ਕਰ ਰਹੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਬੜੀਆਂ ਹੀ ਸਹੂਲਤਾਂ ਇਸ ਬਾਹਰਲੀ ਖੋਜ ਨੇ ਪ੍ਰਦਾਨ ਕੀਤੀਆਂ ਨੇ,
ਲੇਕਿਨ ਜਦੋਂ ਕੋਈ ਮਨੁੱਖ ਆਪਣੇ ਅੰਦਰ ਦੀ ਖੋਜ ਕਰਦਾ ਹੈ, ਉਦੋਂ ਉਸ ਨੂੰ 9 ਨਿਧੀ ਪ੍ਰਾਪਤ ਹੁੰਦੀਆਂ ਨੇ। ਜਿਹੜੀਆਂ ਨਵ ਨਿਧੀਆਂ ਨੇ, ਇਹ ਗੁਰਮਤਿ ਅਨੁਸਾਰ ਪ੍ਰਭੂ ਦਾ ਨਾਮ ਹੁੰਦੀਆਂ ਨੇ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਇਹ 9 ਨਿਧੀਆਂ ਰੂਪ ਪਰਮਾਤਮਾ ਦਾ ਨਾਮ ਸਾਡੇ ਸਰੀਰ ਦੇ ਅੰਦਰ ਏ, ਬਾਹਰ ਕਿਤੇ ਨਹੀਂ। ਦੇਹੀ ਮੈਂ ਇਸ ਕਾ ਬਿਸਰਾਮ। ਇਹ ਫਿਰ ਲੱਭਦਾ ਕਦੋਂ ਇਹ ਦੇਹੀ ਵਿੱਚੋਂ? ਕਾਇਆ ਬਹੁ ਖੰਡ ਖੋਜ ਤੇ। ਜਦੋਂ ਇਸ ਸਰੀਰ ਦੇ ਬਹੁਤ ਸਾਰੇ ਹਿੱਸਿਆਂ ਨੂੰ ਕੋਈ ਖੋਜਦਾ ਹੈ, ਉਦੋਂ ਪ੍ਰਾਪਤ ਕਰ ਲੈਂਦਾ। ਸਾਡੀ ਖੋਜ, ਜਿਹੜੇ ਅਸੀਂ ਅਧਿਆਤਮ ਮਾਰਗ ਤੇ ਚੱਲਣ ਵਾਲੇ ਲੋਕ ਹਾਂ, ਮੈਂ ਤੇ ਨਹੀਂ, ਤੁਸੀਂ ਸਾਰੇ, ਤੇ ਇਉਂ ਲੱਗਦਾ ਹੈ ਕਿ ਅਸੀਂ ਵੀ ਬਾਹਰ ਹੀ ਖੋਜ ਰਹੇ ਹਾਂ। ਕੋਈ ਕਿਸੇ ਧਰਮ ਗ੍ਰੰਥ ਵਿੱਚੋਂ ਖੋਜ ਰਿਹਾ ਹੈ, ਕੋਈ ਕਿਸੇ ਦੀ ਵੀਡੀਓ ਵਿੱਚੋਂ ਖੋਜ ਰਿਹਾ ਹੈ, ਕੋਈ ਕਿਸੇ ਦੀ ਕਥਾ ਜਾਂ ਕੀਰਤਨ ਵਿੱਚੋਂ ਖੋਜ ਰਿਹਾ ਹੈ। ਇਹ ਅਸੀਂ ਸਾਰੇ ਬਾਹਰ ਹੀ ਖੋਜ ਰਹੇ ਹਾਂ, ਅਜੇ ਵੀ ਬਾਹਰ ਖੋਜ ਰਹੇ, ਜਦੋਂ ਕਿ ਸਾਨੂੰ ਕਿੰਨਾ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਆਪਣੇ ਅੰਦਰ ਦੀ ਖੋਜ ਕਰੋ। ਬਹੁ ਖੰਡ ਤੋਂ ਭਾਵ ਇਹ ਬਹੁਤ ਹਿੱਸੇ, ਖੰਡ ਮੈਨਾਂ ਹਿੱਸੇ ਹੀ ਹੁੰਦਾ ਹੈ। ਇਸ ਸਰੀਰ ਦੇ ਵਿਦਵਾਨ ਲੋਕਾਂ ਨੇ, ਮਹਾਤਮਾ ਲੋਕਾਂ ਨੇ 6 ਚੱਕਰ ਮੰਨੇ ਨੇ, 6 ਉਹ ਪੁਆਇੰਟਸ ਮੰਨੇ ਨੇ ਜਿੱਥੇ ਜਿੱਥੇ ਰੁਕ ਕੇ ਅਸੀਂ ਖੋਜ ਕਰ ਸਕਦੇ ਹਾਂ ਕਿ ਸਾਡੇ ਅੰਦਰ ਕੀ ਖੋਜੇ, ਕਿਵੇਂ ਪਤਾ ਲੱਗੇ ਕਿ ਸਾਡੇ ਅੰਦਰ ਕੀ ਖੋਜੇ। ਉਹਨਾਂ ਪੁਆਇੰਟਸ ਤੇ ਜਾ ਕੇ ਸਾਨੂੰ ਰੁਕਣਾ ਹੁੰਦਾ। ਜਿਵੇਂ ਜਿਵੇਂ ਅਸੀਂ ਉਹਨਾਂ ਪੁਆਇੰਟਸ ਤੇ ਜਾ ਕੇ ਰੁਕਾਂਗੇ, ਉੱਥੇ ਆਪਣਾ ਧਿਆਨ ਟਿਕਾਵਾਂਗੇ, ਤੇ ਫਿਰ ਹੌਲੀ ਹੌਲੀ ਸਾਨੂੰ ਸਮਝ ਪੈਣੀ ਸ਼ੁਰੂ ਹੋ ਜਾਏਗੀ ਕਿ ਇਹ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਇਹ ਕਿੱਥੇ ਆ। ਅਸੀਂ ਵੈਸੇ ਪਿੱਛੇ ਵੀ ਇੱਕ ਵਾਰੀ ਗੱਲ ਕੀਤੀ ਸੀ, ਔਰ ਇਹ ਵੀ ਸਮਝਦੇ ਹਾਂ ਕਿ ਸਾਨੂੰ ਸਾਰੇ ਹੀ ਲੋਕ ਜਿਹੜੇ ਉਹ ਇਹੀ ਗੱਲ ਕਹਿੰਦੇ ਨੇ, ਜਦੋਂ ਉਹ ਕਿਸੇ ਮਹਾਤਮਾ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਅਸੀਂ ਫਲਾਣੇ ਮਹਾਤਮਾ ਤੋਂ ਨਾਮ ਲਿਆ। ਅਸੀਂ ਸਿੱਖ ਲੋਕ ਜਦੋਂ ਅੰਮ੍ਰਿਤ ਛਕ ਲੈਂਦੇ ਹਾਂ ਤੇ ਕਹਿ ਦਿੰਦੇ ਹਾਂ ਅਸੀਂ 5 ਪਿਆਰਿਆਂ ਤੋਂ ਨਾਮ ਲਿਆ। ਹੁਣ ਜੇ ਅਸੀਂ ਗੁਰਬਾਣੀ ਪੜ੍ਹੀਏ ਤੇ ਉਹ ਗੱਲ ਸਿੱਧ ਹੋ ਹੀ ਨਹੀਂ ਰਹੀ। ਗੁਰਬਾਣੀ ਵਿੱਚੋਂ ਮੈਂ ਬੜਾ ਹੀ ਯਤਨ ਕੀਤਾ ਹੈ ਕਿ ਕਿਤੋਂ ਥੋੜ੍ਹਾ ਜਿਹਾ ਵੀ ਸਾਨੂੰ ਇਹ ਸੂਝ ਮਿਲ ਜਾਏ ਕਿ ਇਹ ਨਾਮ ਬਾਹਰੋਂ ਵੀ ਮਿਲ ਸਕਦਾ, ਪਰ ਮੈਨੂੰ ਨਹੀਂ ਜੇ ਲੱਭਿਆ। ਤੁਹਾਨੂੰ ਕਿਤੇ ਲੱਭੇ ਤੇ ਤੁਸੀਂ ਮੈਨੂੰ ਵੀ ਦੱਸਣਾ ਕਿ ਇਹ ਨਾਮ ਨਾ ਬਾਹਰੋਂ ਹੀ ਮਿਲ ਜਾਂਦਾ ਕਿਤੇ। ਔਰ ਇਹ ਅਸਲੀਅਤ ਜੇ ਕਿਤੇ ਨਾਮ ਬਾਹਰੋਂ ਮਿਲਦਾ ਹੁੰਦਾ ਤੇ ਅਮੀਰ ਲੋਕਾਂ ਨੇ ਬੜੇ ਚਿਰ ਦਾ ਖਰੀਦ ਲਿਆ ਹੁੰਦਾ, ਅਸੀਂ ਫਿਰ ਸਾਰੇ ਹੀ ਰਹਿ ਜਾਣਾ ਸੀ, ਸਾਨੂੰ ਨਹੀਂ ਸੀ ਮਿਲਦਾ। ਇਸ ਲਈ ਪ੍ਰਮਾਤਮਾ ਨੇ ਆਪਣਾ 9 ਨਿਧੀਆਂ ਰੂਪ ਖਜ਼ਾਨਾ, ਜਿਹੜਾ ਨਾ ਨਾਮ ਰੂਪ ਖਜ਼ਾਨਾ, ਉਹ ਸਾਡੇ ਅੰਦਰ ਹੀ ਟਿਕਾਇਆ ਹੋਇਆ ਤੇ ਸਾਨੂੰ ਸਾਡੇ ਅੰਦਰੋਂ ਮਿਲਣਾ। ਜਦੋਂ ਉਹਨਾਂ ਪੁਆਇੰਟਸ ਦੇ ਉੱਤੇ ਜਾ ਕੇ ਕੋਈ ਰੁਕ ਕੇ ਕੋਈ ਬੰਦਾ ਉਸ ਦੀ ਭਾਲ ਕਰੇਗਾ ਤੇ ਉਹ ਇਸ ਨਾਮ ਰੂਪ ਖਜ਼ਾਨੇ ਨੂੰ ਪਾ ਲਏਗਾ। ਜਦੋਂ ਇਹ ਨਾਮ ਰੂਪ ਖਜ਼ਾਨਾ ਮਿਲ ਜਾਏਗਾ, ਫਿਰ ਉਹ ਕਹਿ ਉੱਠੇਗਾ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਦੁਹਾਈ ਤੇ ਤੁਸੀਂ ਸਮਝਦੇ ਹੋ, ਉੱਚੀ ਉੱਚੀ ਪੁਕਾਰ ਪੁਕਾਰ ਕੇ ਕਹਿਣਾ। ਕਈ ਵਾਰੀ ਪਿੰਡਾਂ ਥਾਵਾਂ ਤੇ ਨਾ ਕੋਈ ਛੋਟੀ ਮੋਟੀ ਜਦੋਂ ਘਟਨਾ ਵਾਪਰਨੀ, ਤੇ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਸੀ ਉਹ ਆਖਦੇ ਹੁੰਦੇ ਸੀ, ਮੈਂ ਬੜੇ ਦਿਨਾਂ ਦਾ ਦੁਹਾਈ ਦਿੰਦਾ ਸਾਂ ਇਹਨਾਂ ਨੂੰ ਵੀ ਆਹ ਕੰਮ ਨਾ ਕਰਿਆ ਜੇ, ਨੁਕਸਾਨ ਹੋ ਜਾਏਗਾ। ਦੁਹਾਈ ਦਾ ਮਤਲਬ ਹੀ ਉੱਚੀ ਉੱਚੀ ਪੁਕਾਰ ਪੁਕਾਰ ਕੇ ਕਹਿਣਾ, ਸਭ ਨੂੰ ਸੁਚੇਤ ਕਰਨਾ ਵੀ ਸਿਆਣੇ ਬਣੋ। ਜਿਵੇਂ ਗੁਰਬਾਣੀ ਸਾਨੂੰ ਦੁਹਾਈ ਦੇ ਦੇ ਕੇ ਕਹਿ ਰਹੀ ਏ, ਸੰਤਨ ਕਹਿਓ ਪੁਕਾਰ, ਜਿਹੜੀ ਗੱਲ ਹੈ ਨਾ ਉਹ ਦੁਹਾਈ ਵਾਲੀ ਗੱਲ ਹੀ ਏ ਵੀ ਘਟ ਘਟ ਮੈਂ ਹਰ ਜੂ ਬਸੈ। ਸੰਤਨ ਕਹਿਓ ਪੁਕਾਰ, ਇੰਨੀ ਉੱਚੀ ਉੱਚੀ ਦੁਹਾਈ ਦੇ ਦੇ ਕੇ ਸੰਤ ਲੋਕ ਕਹਿ ਰਹੇ ਨੇ ਕਿ ਬਈ ਉਹ 9 ਨਿਧੀਆਂ ਵਾਲਾ ਅੰਮ੍ਰਿਤ ਨਾਮ ਪ੍ਰਭੂ ਉਹ ਤੁਹਾਡੇ ਅੰਦਰ ਵਸਦਾ ਹੈ, ਬਾਹਰ ਨਹੀਂ ਹੈ। ਅਸੀਂ ਸਦਾ ਹੀ ਅਧਿਆਤਮਿਕ ਲੋਕਾਂ ਨੇ ਵੀ ਉਹਨੂੰ ਬਾਹਰ ਹੀ ਖੋਜੀ, ਪਰ ਜਿਸ ਕਿਸੇ
ਮਹਾਂਪੁਰਸ਼ ਨੇ ਆਪਣੇ ਅੰਦਰੋਂ ਉਹਦੀ ਖੋਜ ਕੀਤੀ ਏ। ਉਹ ਕਹਿ ਉੱਠਿਆ, ਨਾ ਕਛ ਆਇਬੋ ਨਾ ਕਛ ਜਾਇਬੋ। ਨਾ ਕੋਈ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਤੇ ਨਾ ਕੋਈ ਸੰਸਾਰ ਵਿੱਚੋਂ ਮਰਦਾ ਹੈ। ਸਭ ਕੁਝ ਲਗਾਤਾਰ ਅਖੰਡ ਰੂਪ ਵਿੱਚ ਬਸ ਚਲਾਏਮਾਨ ਹੈ, ਚੱਲਿਆ ਜਾ ਰਿਹਾ ਹੈ। ਬ੍ਰਹਿਮੰਡੀ ਰਚਨਾ ਮਾਲਕ ਨੇ ਦੀ ਸਿਰਜਣਾ ਕੀਤੀ ਹੈ ਤੇ ਉਹਨੇ ਚਾਲੂ ਕੀਤਾ ਹੋਇਆ ਤੇ ਅੱਗੇ ਅੱਗੇ ਚੱਲਦੀ ਜਾ ਰਹੀ। ਸੋ ਇਹ ਗੱਲ ਸਮਝਣ ਦੀ ਲੋੜ ਹੈ। ਜਿਹੜਾ ਆਪਾਂ ਬੰਦ ਨੰਬਰ 6 ਕੀਤਾ ਸੀ ਤੇ ਉਹਦੇ ਵਿੱਚ ਪਰਮਾਤਮਾ ਨਾ ਮਰਦਾ ਏ, ਨਾ ਬਿਨਸਦਾ ਹੈ, ਨਾ ਆਉਂਦਾ ਹੈ ਤੇ ਨਾ ਜਾਂਦਾ ਹੈ। ਉਸ ਗੱਲ ਨੂੰ ਸਪਸ਼ਟ ਕੀਤਾ ਹੈ। ਬਾਣੀ ਵਿੱਚ ਬੜੀਆਂ ਥਾਵਾਂ ਤੇ ਗੱਲ ਸਪਸ਼ਟ ਕੀਤੀ ਗਈ ਹੈ, ਪਰ ਮੈਨੂੰ ਇਹ ਭਗਤ ਪੀਪਾ ਜੀ ਦਾ ਪ੍ਰਮਾਣ ਬਹੁਤ ਚੰਗਾ ਲੱਗਿਆ ਤੇ ਮੈਂ ਸੋਚਿਆ ਤੁਹਾਡੇ ਨਾਲ ਮੈਨੂੰ ਸ਼ੇਅਰ ਕਰਾਂਗਾ। ਸੋ ਅਸੀਂ ਹੁਣ ਕਰਨਾ ਕੀ ਹੈ, ਜੇ ਅਸੀਂ ਗੁਰਬਾਣੀ ਦੀ ਵਿਚਾਰ ਕਰ ਹੀ ਰਹੇ ਹਾਂ ਤੇ ਹੁਣ ਆਪਾਂ ਨਾ ਬਾਹਰ ਦੀ ਖੋਜ ਛੱਡ ਦਈਏ, ਹੁਣ ਅੰਦਰ ਦੀ ਖੋਜ ਕਰੀਏ। ਬਾਹਰ ਦੀ ਆਪਾਂ ਬੜੀ ਖੋਜ ਕਰ ਲਈਏ, ਬੜੀਆਂ ਕਿਤਾਬਾਂ ਵਿਦਵਾਨਾਂ ਦੀਆਂ ਲਿਖੀਆਂ ਪੜ੍ਹ ਲਈਆਂ ਨੇ। ਕਈ ਲੋਕ ਤੇ ਸਾਰੀ ਸਾਰੀ ਜ਼ਿੰਦਗੀ ਕਿਤਾਬਾਂ ਹੀ ਪੜ੍ਹੀ ਜਾਂਦੇ, ਉਹ ਛੱਡ ਨਹੀਂ ਰਹੇ ਕਿਤਾਬਾਂ ਪੜ੍ਹਨੀਆਂ। ਬਸ ਕਿਤਾਬ ਕੀ ਹੈ, ਕਿਤਾਬ ਵਿੱਚ ਨਾ ਇੱਕ ਡਾਇਰੈਕਸ਼ਨ ਹੈ ਕਿ ਇੱਥੋਂ ਚੱਲ ਕੇ ਫਲਾਣੀ ਥਾਂ ਤੇ ਤੁਸੀਂ ਪਹੁੰਚਣਾ ਹੈ, ਕਿੱਧਰ ਨੂੰ ਜਾਓ ਤੇ ਤੁਸੀਂ ਠੀਕ ਢੰਗ ਨਾਲ ਪਹੁੰਚ ਜਾਓਗੇ। ਤੁਹਾਨੂੰ ਕਿਹੜੀ ਸਵਾਰੀ ਚਾਹੀਦੀ ਹੈ, ਕਿੰਨਾ ਰਾਹ ਦਾ ਖਰਚਾ ਚਾਹੀਦਾ ਹੈ, ਬਸ ਉਹ ਹੀ ਕਿਤਾਬ ਵਿੱਚ ਲਿਖਿਆ ਹੁੰਦਾ। ਕਿ ਅਸੀਂ ਜੇ ਹੁਣ ਸਾਰੀ ਉਮਰ ਉਹਨੂੰ ਹੀ ਪੜ੍ਹਦੇ ਰਹੀਏ ਤੇ ਪਹੁੰਚ ਨਹੀਂ ਪਾਵਾਂਗੇ। ਪਹੁੰਚਣ ਲਈ ਸਾਨੂੰ ਤੁਰਨਾ ਹੋਵੇਗਾ। ਸੋ ਹੁਣ ਅਸੀਂ ਜਿਹੜੀ ਬਾਹਰਲੀ ਖੋਜ ਹੈ ਸਾਡੀ, ਉਸ ਨੂੰ ਮੈਂ ਤੇ ਆਖਾਂਗਾ ਛੱਡ ਦਈਏ। ਜੇ ਛੱਡਣਾ ਨਾ ਚਾਹੋ ਤੇ ਕਮ ਸੇ ਕਮ ਘੱਟ ਕਰੋ। ਜਿੰਨਾ ਉਸ ਪਾਸਿਓਂ ਉਹਨੂੰ ਘੱਟ ਕਰੋਗੇ, ਓਨਾ ਟਾਈਮ ਅੰਦਰ ਦੀ ਖੋਜ ਤੇ ਹੁਣ ਆਪਾਂ ਸ਼ੁਰੂ ਕਰੀਏ। ਤੇ ਅੰਦਰ ਦੀ ਖੋਜ ਹੁੰਦੀ ਏ ਅੱਖਾਂ ਬੰਦ ਕੀਤਿਆਂ, ਕੰਨ ਬੰਦ ਕੀਤਿਆਂ। ਕਿਉਂਕਿ ਜਿਹੜੇ ਕੰਨ ਨੇ ਸਾਡੇ ਬਾਹਰੋਂ ਸੁਣਦੇ ਨੇ। ਜਦੋਂ ਅਸੀਂ ਕੋਈ ਆਵਾਜ਼ ਬਾਹਰੋਂ ਸੁਣਦੇ ਹਾਂ, ਜਿਵੇਂ ਤੁਸੀਂ ਹੁਣ ਮੇਰੀ ਆਵਾਜ਼ ਸੁਣ ਰਹੇ ਹੋ ਤੇ ਤੁਹਾਡਾ ਧਿਆਨ ਮੇਰੀ ਆਵਾਜ਼ ਵੱਲ, ਸੋ ਇਹ ਬਾਹਰ ਮੁਖੀ ਹੋ ਗਿਆ। ਆਪਾਂ ਅੱਖਾਂ ਖੋਲਦੇ ਹਾਂ, ਬਾਹਰ ਵੇਖਦੇ ਹਾਂ। ਤੁਸੀਂ ਹੁਣ ਬਾਹਰ ਜੋ ਵੀ ਵੇਖ ਰਹੇ ਹੋ, ਇਹ ਬਾਹਰ ਮੁਖੀ ਹੈ ਤੇ ਸਾਡਾ ਧਿਆਨ ਬਾਹਰ ਮੁਖੀ ਹੋ ਜਾਂਦਾ। ਅੰਤਰਮੁਖੀ ਹੋਣ ਵਾਸਤੇ ਇਹ ਦੋ ਚੀਜ਼ਾਂ ਬੜੀਆਂ ਲਾਜ਼ਮੀ ਨੇ। ਆਪਣੀਆਂ ਅੱਖਾਂ ਤੇ ਆਪਣੇ ਕੰਨਾਂ ਦੇ ਉੱਤੇ ਕੰਟਰੋਲ ਕਰਨਾ। ਸੋ ਕੰਨਾਂ ਰਾਹੀਂ ਅਸੀਂ ਕੁਝ ਬਾਹਰੋਂ ਨਾ ਸੁਣੀਏ। ਥੋੜ੍ਹਾ ਜਿਹਾ ਸਮਾਂ ਕੋਈ ਜ਼ਿੰਦਗੀ ਦੇ ਵਿੱਚ ਦਿਹਾੜੀ 'ਚ ਬਣਾ ਲਈਏ ਵੀ ਇੰਨਾ ਕੁ ਸਮਾਂ ਮੈਂ ਆਪਣਾ ਫੋਨ ਵੀ ਬੰਦ ਕਰ ਦੇਣਾ ਹੈ, ਮੈਂ ਆਪਣਾ ਟੀਵੀ ਵੀ ਬੰਦ ਕਰ ਦੇਣਾ ਹੈ, ਮੈਂ ਘਰ ਦੇ ਜੀਆਂ ਨੂੰ ਵੀ ਆਖ ਦੇਣਾ ਵੀ ਭਾਈ ਇੰਨਾ ਕੁ ਸਮਾਂ ਮੈਨੂੰ 1-2 ਘੰਟੇ ਤੁਸੀਂ ਨਾ ਆਵਾਜ਼ ਮਾਰਿਆ ਜੇ, ਇੰਨੇ ਕੁ ਸਮੇਂ ਬਾਅਦ ਮੈਂ ਆਪੇ ਹੀ ਬਾਹਰ ਆ ਜਾਵਾਂਗਾ। ਜੇ ਲੋੜ ਹੋਈ ਤੇ ਮੈਨੂੰ ਜੋ ਦੱਸ ਦਿਆ ਜੇ, ਮੈਂ ਕਰਾਂਗਾ ਤੁਹਾਡੇ ਲਈ। ਅੱਖਾਂ ਬੰਦ ਰੱਖੀਏ, ਨਾ ਬਾਹਰੋਂ ਵੇਖੀਏ ਤੇ ਨਾ ਬਾਹਰੋਂ ਸਾਡਾ ਬਾਹਰ ਧਿਆਨ ਨੂੰ ਦੌੜੇ, ਨਾ ਸਾਡਾ ਧਿਆਨ ਬਾਹਰ ਨੂੰ ਦੌੜੇ। ਸੋ ਇਹ ਇੱਥੋਂ ਸ਼ੁਰੂ ਹੁੰਦੀ ਹੈ ਅੰਦਰ ਦੀ ਖੋਜ। ਬਸ ਅੱਖਾਂ ਨੂੰ ਬੰਦ ਕਰ ਲਓ, ਬਾਹਰ ਦੀਆਂ ਆਵਾਜ਼ਾਂ ਬੰਦ ਹੋ ਜਾਣ ਤੇ ਫਿਰ ਆਪਣੇ ਧਿਆਨ ਨੂੰ ਅੰਦਰ ਨੂੰ ਲਿਜਾਣ ਦੀ ਕੋਸ਼ਿਸ਼ ਕਰੋ। ਜਿਵੇਂ ਜਿਵੇਂ ਅੰਦਰ ਆਪਾਂ ਖੋਜ ਕਰਾਂਗੇ, ਤਿਵੇਂ ਤਿਵੇਂ ਸਾਨੂੰ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਇੱਕ ਦਿਨ ਆਏਗਾ ਕਿ ਅੰਦਰੋਂ ਹੀ ਮਿਲ ਜਾਏਗਾ। ਜਿੱਦਣ ਮਿਲ ਜਾਏਗਾ, ਫਿਰ ਸਾਨੂੰ ਵੀ ਸਮਝ ਆ ਜਾਏਗੀ ਕਿ ਭਗਤ ਪੀਪਾ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਕਹਿ ਰਹੇ ਨੇ ਕੁਛ ਆਉਂਦਾ ਨਹੀਂ ਤੇ ਕੁਛ ਜਾਂਦਾ ਨਹੀਂ, ਕੁਛ ਜਨਮਦਾ ਨਹੀਂ ਤੇ ਕੁਛ ਮਰਦਾ ਨਹੀਂ। ਸੋ ਇਹ ਸੀ ਪਿਛਲੀ ਵਿਚਾਰ ਆਪਣੀ, ਉਹਦੇ ਨਾਲ ਮੈਂ ਤੁਹਾਨੂੰ ਕਨੈਕਟ ਕੀਤਾ ਹੈ ਕਿ ਅਸੀਂ ਆਪਣੀ ਲੜੀ ਨੂੰ ਅੱਗੇ ਤੋਰ ਪਾਈਏ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬੰਦ ਨੰਬਰ 7, ਜਿਹਦੇ ਵਿੱਚ ਗੁਰੂ ਜੀ ਨੇ ਬੜੇ ਹੀ ਸੁੰਦਰ ਬਚਨ ਲਿਖੇ ਨੇ ਸਾਡੇ ਸਾਰਿਆਂ ਵਾਸਤੇ ਕਿ ਪਰਮਾਤਮਾ ਆਪ ਹੀ ਸਾਨੂੰ ਸਭਨਾਂ ਨੂੰ ਉਪਦੇਸ਼ ਕਰਨ ਵਾਲਾ ਏ, ਆਪ ਹੀ ਉਸ ਉਪਦੇਸ਼ ਨੂੰ ਸੁਣਨ ਵਾਲਾ ਏ, ਆਪ ਹੀ ਉਸ ਉਪਦੇਸ਼ ਨੂੰ ਸਮਝਣ ਵਾਲਾ। ਸੋ ਇੱਥੋਂ ਸ਼ੁਰੂ ਕੀਤੀ ਇਹ ਗੱਲ ਗੁਰੂ ਜੀ ਨੇ। ਤੇ ਆਪਾਂ ਨਾ ਇਹ 2-2 ਪੰਕਤੀਆਂ
ਕਰਕੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿਵੇਂ ਇਹ ਸਾਰਾ ਕੁਝ ਹੋ ਰਿਹਾ ਹੈ ਜੋ ਗੁਰੂ ਜੀ ਸਾਨੂੰ ਸਮਝਾ ਰਹੇ। ਔਰ ਮੈਂ ਇੱਕ ਗੱਲ ਬੇਨਤੀ ਪਹਿਲਾਂ ਹੀ ਕਰਦੇ ਹਾਂ ਕਿ ਵੇਖੋ, ਜੋ ਗੁਰੂ ਜੀ ਨੇ ਆਪਾਂ ਨੂੰ ਸਮਝਾਇਆ ਹੈ ਇਹ ਕੋਈ ਜ਼ਰੂਰੀ ਨਹੀਂ ਅਤੇ ਨਾ ਮੇਰਾ ਕੋਈ ਦਾਅਵਾ ਹੈ ਕਿ ਅਸੀਂ ਉਸ ਨੂੰ ਠੀਕ ਉਸੇ ਹੀ ਤਰ੍ਹਾਂ ਸਮਝ ਰਹੇ ਹਾਂ। ਹਰ ਬੰਦਾ ਜਿੰਨੀ ਜਿੰਨੀ ਮਾਲਕ ਨੇ ਕਿਸੇ ਨੂੰ ਮੱਤ ਦਿੱਤੀ ਹੈ ਉਹਦੇ ਮੁਤਾਬਕ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਕੁਝ ਅਸੀਂ ਵਿਦਵਾਨਾਂ ਨੂੰ ਪੜ੍ਹਦੇ ਹਾਂ, ਕੁਝ ਸਾਡਾ ਨਿੱਜੀ ਤਜਰਬਾ ਹੁੰਦਾ ਹੈ, ਕੁਝ ਅਸੀਂ ਸਾਧ ਸੰਗਤ ਕੀਤੀ ਉਹਦੇ ਵਿੱਚੋਂ ਕੁਝ ਬਚਨ ਸੁਣੇ ਹੋਏ ਹੁੰਦੇ ਨੇ ਇੱਕ ਦੂਜੇ ਤੋਂ, ਉਹਨਾਂ ਦੇ ਆਧਾਰ ਤੇ ਅਸੀਂ ਗੱਲਬਾਤ ਕਰਦੇ ਹਾਂ। ਸੋ ਮੇਰਾ ਇਹ ਕਹਿਣ ਤੋਂ ਮਤਲਬ ਹੈ ਕਿ ਜ਼ਰੂਰੀ ਨਹੀਂ ਕਿ ਮੈਂ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ ਉਹਨੂੰ ਸੱਚੋ ਸੱਚ ਤੇ 100% ਠੀਕ ਢੰਗ ਨਾਲ ਤੁਹਾਡੇ ਸਨਮੁਖ ਰੱਖ ਸਕਾਂਗਾ, ਇਹ ਕੋਈ ਦਾਅਵਾ ਨਹੀਂ। ਪਰ ਕੋਸ਼ਿਸ਼ ਹੈ, ਮੈਂ ਇਹ ਕਹਿਣਾ ਹੁੰਦਾ ਕਿ ਆਪਾਂ ਕੋਸ਼ਿਸ਼ ਕਰੀਏ। ਸੋ ਆਓ ਕੋਸ਼ਿਸ਼ ਕਰਦੇ ਹਾਂ। ਇਹ ਪਹਿਲੀਆਂ ਦੋ ਪੰਕਤੀਆਂ ਨੇ, ਆਪ ਉਪਦੇਸੈ ਸਮਝ ਹੈ ਆਪ, ਆਪੇ ਰਚਿਆ ਸਭ ਕੈ ਸਾਥ। ਇਹ ਹੁਣ ਉਪਦੇਸ਼ ਵੀ ਉਹ ਆਪ ਦੇ ਰਿਹਾ ਹੈ, ਸੁਣ ਵੀ ਆਪ ਹੀ ਰਿਹਾ ਤੇ ਸਮਝ ਵੀ ਆਪ ਹੀ ਰਿਹਾ, ਅਤੇ ਪ੍ਰਮਾਤਮਾ ਆਪ ਹੀ ਸਾਰਿਆਂ ਦੇ ਨਾਲ ਰਚਿਆ ਮਿਚਿਆ ਹੋਇਆ, ਕਿਸੇ ਤੋਂ ਵੱਖਰਾ ਨਹੀਂ। ਇਹ ਕਿਵੇਂ ਰਚਿਆ ਮਿਚਿਆ? ਜਿਵੇਂ ਅਸੀਂ ਕਈ ਵਾਰੀ ਨਾ ਕੋਈ ਓਪਰਾ ਜੀ ਸਾਡੇ ਘਰ ਵਿੱਚ ਆ ਜਾਏ, ਜਾਂ ਅਸੀਂ ਕਿਸੇ ਦੂਸਰੇ ਥਾਂ ਤੇ, ਕਿਸੇ ਸੰਸਥਾ ਵਿੱਚ, ਕਿਸੇ ਪਰਿਵਾਰ ਵਿੱਚ, ਕਿਸੇ ਦੂਜੀ ਜਗ੍ਹਾ ਤੇ ਚਲੇ ਜਾਈਏ ਤੇ ਸਾਨੂੰ ਥੋੜਾ ਜਿਹਾ ਸਮਾਂ ਲੱਗਦਾ, ਤੇ ਫਿਰ ਜਦੋਂ ਅਸੀਂ ਉਹਨਾਂ ਨਾਲ ਰਚ ਮਿਚ ਜਾਂਦੇ ਹਾਂ ਤੇ ਕਹਿਣ ਨੂੰ ਇੱਕ ਗੱਲ ਹੁੰਦੀ ਹੈ ਵੀ ਇਹ ਫਲਾਣਾ ਜੀ ਸਾਡੇ ਘਰ ਆਇਆ ਸੀ, ਬਹੁਤੀ ਦੇਰ ਨਹੀਂ ਲੱਗੀ, ਝੱਟ ਹੀ ਸਾਡੇ ਵਿੱਚ ਰਚ ਮਿਚ ਗਿਆ। ਜਾਂ ਅਸੀਂ ਕਿਤੇ ਜਾਂਦੇ ਹਾਂ ਤੇ ਉਹ ਲੋਕ ਕਹਿੰਦੇ ਨੇ ਵੀ ਇਹ ਫਲਾਣਾ ਆਦਮੀ ਤਾਂ ਬਈ ਪਹਿਲੇ ਦਿਨ ਹੀ ਸਾਡੇ ਵਿੱਚ ਰਚ ਮਿਚ ਗਿਆ। ਪਰਮਾਤਮਾ ਇਸ ਤਰ੍ਹਾਂ ਸਾਡੇ ਸਭਨਾਂ ਵਿੱਚ ਰਚਿਆ ਮਿਚ, ਸਾਡੇ ਤੋਂ ਵੱਖਰਾ ਨਹੀਂ। ਸਾਡਾ ਸੁਭਾਅ ਅਸਲ ਵਿੱਚ ਉਹਦਾ ਹੀ ਸੁਭਾਅ ਹੈ, ਸਾਡੀ ਵਿਚਾਰ ਅਸਲ ਵਿੱਚ ਉਹਦੀ ਹੀ ਵਿਚਾਰ ਹੈ, ਸਾਡਾ ਉਪਦੇਸ਼ ਕਰਨਾ ਅਸਲ ਵਿੱਚ ਉਹਦਾ ਹੀ ਉਪਦੇਸ਼ ਕਰਨਾ ਹੈ, ਸਾਡਾ ਉਪਦੇਸ਼ ਸੁਣਨਾ ਤੇ ਸਮਝਣਾ ਅਸਲ ਵਿੱਚ ਉਹਦਾ ਹੀ ਹੈ। ਇਹ ਕਿਵੇਂ ਹੈ? ਇਹ ਗੱਲ ਸਮਝਣ ਵਾਲੀ ਹੈ। ਇਹਦੇ ਬਾਰੇ ਸਾਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਹੈ, ਵੇਖੈ ਬੋਲੇ ਸੁਣੈ ਸਭ ਆਪ। ਆਪ ਹੀ ਵੇਖਦਾ ਏ, ਆਪ ਹੀ ਬੋਲਦਾ ਹੈ, ਆਪ ਹੀ ਸਭ ਕੁਝ ਸੁਣਦਾ। ਸਦਾ ਸੰਗ ਤਾਕੋ ਮਨ ਜਾਪ। ਹੇ ਮੇਰੇ ਮਨਾ, ਉਹ ਪਰਮਾਤਮਾ ਸਦਾ ਹੀ ਤੇਰੇ ਸੰਗ ਏ, ਤੇਰੇ ਨਾਲ ਰਚਿਆ ਮਿਚਿਆ, ਤੇਰੇ ਤੋਂ ਵੱਖਰਾ ਮਹਿਸੂਸ ਹੀ ਨਹੀਂ ਹੋ ਰਿਹਾ। ਬਸ ਤੇਰਾ ਰੂਪ ਤੇ ਉਹਦਾ ਰੂਪ ਕੋਈ ਫਰਕ ਹੀ ਨਹੀਂ। ਉਸ ਨੂੰ ਜਪਿਆ ਕਰ। ਹੁਣ ਅਸੀਂ ਜਦੋਂ ਜਪਣ ਦੀ ਗੱਲ ਕਰਦੇ ਹਾਂ ਉਦੋਂ ਵੀ ਸਾਡੇ ਮਨ 'ਚ ਆਉਂਦਾ ਵੀ ਕਿਹਨੂੰ ਜਪੀਏ, ਕਿਵੇਂ ਜਪੀਏ। ਬਸ ਉਹ ਜਿਹੜਾ ਰਚਿਆ ਮਿਚਿਆ ਸਾਡੇ ਵਿੱਚ, ਆਪਣੇ ਆਪ ਨੂੰ ਜਿੱਦਣ ਅਸੀਂ ਪਹਿਚਾਨ ਲਿਆ, ਅਸੀਂ ਰੱਬ ਨੂੰ ਪਹਿਚਾਨ ਲਵਾਂਗੇ। ਜਿੰਨਾ ਚਿਰ ਅਸੀਂ ਆਪਣੇ ਆਪੇ ਨੂੰ ਨਹੀਂ ਪਹਿਚਾਣਦੇ, ਉਨਾ ਚਿਰ ਰੱਬ ਵੀ ਸਾਡੀ ਪਹਿਚਾਣ ਵਿੱਚ ਨਹੀਂ ਆਉਣਗਾ, ਕਿਉਂਕਿ ਅਸੀਂ ਉਹਨੂੰ ਆਪਣੇ ਤੋਂ ਕੁਝ ਵੱਖਰੇ ਰੂਪ ਵਾਲਾ ਵੇਖਣਾ ਚਾਹੁੰਦੇ ਹਾਂ। ਵੀ ਉਹ ਤੇ ਇਹੋ ਜਿਹਾ ਤੇ ਨਹੀਂ ਨਾ ਹੋਣਾ ਚਾਹੀਦਾ ਰੱਬ ਜਿਹੋ ਜਿਹਾ ਆਪਾਂ ਹਾਂ। ਰੱਬ ਤੇ ਕੋਈ ਵੱਖਰਾ, ਬੜਾ ਮਹਾਨ, ਕੋਈ ਵੱਡੀ ਸੂਰਤ ਹੋਣੀ ਚਾਹੀਦੀ ਹੈ, ਬੜਾ ਪ੍ਰਕਾਸ਼ਮਈ ਤੇ ਆਨੰਦਮਈ ਹੋਣਾ ਚਾਹੀਦਾ ਹੈ। ਅਸੀਂ ਤੇ ਕੁਝ ਇਸ ਤਰ੍ਹਾਂ ਦਾ ਤਸੱਵਰ ਕੀਤਾ ਹੈ ਨਾ ਉਸ ਪਰਮਾਤਮਾ ਦਾ। ਪਰ ਗੁਰੂ ਜੀ ਕਹਿੰਦੇ ਨੇ ਉਹ ਵੀ ਹੋਏਗਾ, ਉਹ ਵੱਖਰੀ ਕਹਾਣੀ ਹੈ। ਜਦੋਂ ਅਸੀਂ ਉੱਚੀ ਕਿਸੇ ਅਵਸਥਾ ਜਾਵਾਂਗੇ ਉਸ ਤਰ੍ਹਾਂ ਦਾ ਵੀ ਨਜ਼ਰ ਆ ਜਾਏਗਾ। ਲੇਕਿਨ ਸ਼ੁਰੂ ਕਿੱਥੋਂ ਕਰਨਾ ਹੈ? ਆਪਣੇ ਆਪੇ ਤੋਂ। ਮੈਂ ਕਿਹੋ ਜਿਹਾ, ਬਸ ਆਹ ਵੇਖਣਾ, ਇਹਦਾ ਹੀ ਧਿਆਨ ਕਰਨਾ, ਇਸੇ ਨੂੰ ਹੀ ਜਪਣਾ, ਮੈਂ ਕਿਹੋ ਜਿਹਾ ਹਾਂ। ਜੇ ਕੁਛ ਘਟੀਆਪਨ ਹੈ ਮੇਰੇ 'ਚ ਤੇ ਉਹਨੂੰ ਮੈਂ ਸੁਧਾਰਾਂ, ਗੁਰਬਾਣੀ ਵਿੱਚੋਂ ਸੇਧ ਲੈ। ਕੋਈ ਔਗਣ ਨੇ ਤੇ ਉਹਨਾਂ ਦਾ ਤਿਆਗ ਕਰਾਂ, ਗੁਰਬਾਣੀ ਤੋਂ, ਮਹਾਂਪੁਰਸ਼ਾਂ ਦੇ ਬਚਨਾਂ ਤੋਂ ਸੇਧ ਲੈ। ਫਿਰ ਸਮਝ ਆਣੀ ਸ਼ੁਰੂ ਹੋ ਜਾਏਗੀ ਕਿ ਰੱਬ ਤੇ ਮੈਂ ਕੋਈ ਵੱਖਰੇ ਵੱਖਰੇ ਥੋੜੀ ਸਾਂ। ਬਸ ਆਪਣੇ ਆਪ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ। ਜਿੱਦਣ ਅਸੀਂ ਉਸ ਨੂੰ ਸਮਝ ਲਿਆ, ਆਪਣੇ ਆਪੇ ਨੂੰ, ਤੇ ਅਸੀਂ ਰੱਬ ਜੀ ਨੂੰ ਸਮਝਾਂਗੇ,
ਜਿੱਦਾਂ ਰੱਬ ਦੀ ਸਮਝ ਵਿੱਚ ਆਏ ਸਾਨੂੰ ਆਤਮ ਪ੍ਰਕਾਸ਼ ਹੋ ਜਾਏਗਾ। ਉਸ ਦਿਨ ਸਾਨੂੰ ਉਹ ਵੱਡੀ ਸ਼ਖਸੀਅਤ ਵੀ ਨਜ਼ਰ ਆਏਗੀ। ਆਤਮਾ ਇੰਨੀ ਕੀ ਨਹੀਂ ਜਿੰਨੀ ਆਪਾਂ ਸਮਝੀ ਬੈਠੇ ਹਾਂ ਕਿ ਸਾਡੇ ਅੰਦਰ ਹੈ। ਕੇਵਲ ਅੰਦਰ ਹੀ ਨਹੀਂ, ਸਾਡੀ ਆਤਮਾ ਪੂਰੇ ਬ੍ਰਹਿਮੰਡ ਵਿੱਚ ਵਿਆਪਕ ਹੈ। ਇਹ ਸਮਝ ਨਹੀਂ ਸਾਨੂੰ ਆ ਰਹੀ। ਜਿੱਦਣ ਸਮਝ ਆ ਗਈ ਤੇ ਇਸ ਜਿਹੜਾ ਥੱਲੇ ਵਾਲਾ ਬਚਨ ਹੈ ਨਾ, ਇਹਦੇ ਚ ਲਿਖਿਆ ਹੈ ਵੀ ਤਾਕੋ ਮਨ ਜਾਪ, ਹੇ ਮੇਰੇ ਮਨਾ ਜਿਹੜਾ ਸਦਾ ਤੇਰੇ ਨਾਲ ਸੰਗ ਕਰਨ ਵਾਲਾ ਹੈ, ਤੇਰੇ ਨਾਲ ਰਹਿਣ ਵਾਲਾ, ਉਹਨੂੰ ਜਪਿਆ ਕਰ। ਸੰਤ ਪ੍ਰਸਾਦ ਭਇਓ ਪ੍ਰਗਾਸ। ਇੱਥੇ ਪ੍ਰਗਾਸ ਦਾ ਮਤਲਬ ਹੈ ਗਿਆਨ। ਸੰਤ ਪ੍ਰਸਾਦ ਦਾ ਮਤਲਬ ਹੈ ਸੰਤਾਂ ਦੀ ਕਿਰਪਾ ਦੁਆਰਾ, ਗੁਰੂਆਂ ਦੀ, ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਇਹ ਗਿਆਨ ਹੋ ਜਾਂਦਾ ਹੈ। ਕਿਹੜਾ ਗਿਆਨ ਹੁੰਦਾ ਹੈ? ਪੂਰ ਰਹੇ ਏਕੈ ਗੁਣਤਾਸ। ਗੁਣਤਾਸ ਦਾ ਮਤਲਬ ਹੈ ਗੁਣਾਂ ਦਾ ਖਜ਼ਾਨਾ। ਉਹ ਜਿਹੜਾ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ, ਉਹ ਹਰ ਜਗ੍ਹਾ ਤੇ ਪਰਿਪੂਰਨ ਹੋ ਰਿਹਾ, ਸਾਡੇ ਅੰਦਰ ਵੀ, ਸਾਡੇ ਬਾਹਰ ਵੀ। ਉਹੋ ਹੀ ਸਾਡੀ ਆਤਮਾ ਹੈ, ਉਹੋ ਹੀ ਪਰਮਾਤਮਾ ਹੈ। ਬਸ ਆਪਣੇ ਆਪੇ ਨੂੰ ਸਮਝਣਾ, ਪਰਮਾਤਮਾ ਨੂੰ ਸਮਝਣਾ ਹੋਏਗਾ। ਸੋ ਇਸ ਲਈ ਗੁਰੂ ਜੀ ਨੇ ਇਹ ਬਚਨ ਆਖੇ ਨੇ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਜਦੋਂ ਉਹਦੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ, ਸਾਰਿਆਂ ਦੇ ਵਿੱਚ ਉਹ ਹੀ ਬਿਰਾਜਮਾਨ ਹੈ, ਸਾਰਿਆਂ ਦੇ ਬਾਹਰ ਵੀ ਉਹ ਹੀ, ਚੌਗਿਰਦੇ ਸਾਡੇ ਉਹ ਹੀ ਹੈ। ਚੌਗਿਰਦ ਹਮਾਰੇ ਰਾਮ ਕਾਰ ਵਾਲੀ ਗੱਲ ਜਿਹੜੀ ਹੈ ਵੀ ਸਾਡੇ ਚੌਗਿਰਦੇ ਵੀ ਉਹ ਹੀ, ਸਾਡੇ ਅੰਦਰ ਵੀ, ਬਾਹਰ ਵੀ, ਉੱਤੇ ਵੀ, ਥੱਲੇ ਵੀ। ਤੇ ਫਿਰ ਉਪਦੇਸ਼ ਕੌਣ ਕਰ ਰਿਹਾ? ਫਿਰ ਤਾਂ ਉਹ ਹੀ ਕਰ ਰਿਹਾ। ਸੁਣ ਕੌਣ ਰਿਹਾ? ਫਿਰ ਉਹ ਹੀ ਸੁਣ ਰਿਹਾ। ਸਮਝ ਕੌਣ ਰਿਹਾ? ਫਿਰ ਉਹ ਹੀ ਸਮਝ ਰਿਹਾ, ਕਿਉਂਕਿ ਉਹ ਸਾਡੇ ਅੰਦਰ ਬਾਹਰ ਬਿਰਾਜਮਾਨ ਹੈ, ਰਚਿਆ ਹੋਇਆ ਹੈ। ਸੋ ਇਹ ਜਿਹੜਾ ਥੱਲੇ ਵਾਲਾ ਬਚਨ ਹੈ ਗੁਰੂ ਸਾਹਿਬ ਦਾ, ਉਹਦੇ ਤੋਂ ਹੋਰ ਸਪਸ਼ਟ ਹੋ ਗਿਆ ਹੈ ਕਿ ਇਹ ਸਾਨੂੰ ਨਾ ਗੁਰੂਆਂ ਦੀ ਕਿਰਪਾ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ ਕਿ ਪਰਮਾਤਮਾ ਹਰ ਜਗ੍ਹਾ ਤੇ ਬਿਰਾਜਮਾਨ ਹੈ। ਉਸ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਨਾ ਉਹ ਜਨਮ ਲੈਂਦਾ ਹੈ, ਨਾ ਉਹਦਾ ਮਰਨ ਹੁੰਦਾ ਹੈ, ਨਾ ਉਹ ਕਿਤੋਂ ਆਉਂਦਾ ਹੈ ਤੇ ਨਾ ਉਹ ਕਿਤੇ ਜਾਂਦਾ ਹੈ। ਉਹ ਸਭਨਾਂ ਵਿੱਚ ਬਿਰਾਜਮਾਨ ਹੋ ਕੇ ਵੇਖ ਵੀ ਰਿਹਾ ਹੈ, ਬੋਲ ਵੀ ਰਿਹਾ ਹੈ, ਸੁਣ ਵੀ ਰਿਹਾ ਹੈ ਤੇ ਸਮਝ ਵੀ ਰਿਹਾ ਹੈ। ਜੇ ਇਸ ਗੱਲ ਨੂੰ ਹੋਰ ਕਲੀਅਰ ਕਰਨਾ ਹੋਵੇ ਤੇ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਦੋਂ ਉਹ ਆਤਮ ਸੱਤਾ ਇਹ ਸਰੀਰ ਵਿੱਚੋਂ ਨਿਕਲ ਜਾਂਦੀ ਏ, ਉਦੋਂ ਨਾ ਇਹ ਵੇਖਦਾ ਹੈ, ਨਾ ਇਹ ਬੋਲਦਾ ਹੈ, ਨਾ ਇਹ ਸੁਣਦਾ ਹੈ ਤੇ ਨਾ ਹੀ ਇਹ ਸਮਝਦਾ। ਉਦੋਂ ਕੁਝ ਵੀ ਨਹੀਂ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਆ ਸਰੀਰ ਨਹੀਂ ਸੁਣ ਰਿਹਾ, ਸਰੀਰ ਨਹੀਂ ਬੋਲ ਰਿਹਾ, ਸਰੀਰ ਨਹੀਂ ਸਮਝ ਰਿਹਾ, ਸਰੀਰ ਨਹੀਂ ਵੇਖ ਰਿਹਾ। ਇਹ ਤੇ ਇੰਦਰੀ ਉਸਨੇ ਇਸ ਜਰੀਆ ਬਣਾਏ ਨੇ, ਲੇਕਿਨ ਵੇਖ ਅੰਦਰੋਂ ਉਹ ਰਿਹਾ, ਸੁਣ ਅੰਦਰੋਂ ਉਹ ਹੀ ਰਿਹਾ, ਬੋਲ ਅੰਦਰੋਂ ਉਹ ਹੀ ਰਿਹਾ। ਸੋ ਇਸ ਢੰਗ ਨਾਲ ਆਪਾਂ ਗੁਰੂ ਕੀ ਪਵਿੱਤਰ ਬਾਣੀ ਵਿੱਚੋਂ ਆਪਾਂ ਪਰਮਾਤਮਾ ਨੂੰ ਸਮਝ ਕੇ ਤੇ ਆਪਣੇ ਅੰਦਰ ਦੀ ਖੋਜ ਸ਼ੁਰੂ ਕਰੀਏ ਕਿ ਮੈਂ ਉਸ ਨੂੰ ਹੀ ਵੇਖਣਾ ਹੈ ਜਿਹੜਾ ਮੇਰੇ ਅੰਦਰ ਰਚਿਆ ਮਿਚਿਆ, ਹੋਰ ਕਿਸੇ ਨੂੰ ਨਹੀਂ। ਬਾਹਰੋਂ ਕੋਈ ਸ਼ਕਤੀ, ਬਾਹਰੋਂ ਕੋਈ ਮੂਰਤੀ, ਬਾਹਰੋਂ ਕੋਈ ਤਸਵੀਰ, ਬਾਹਰੋਂ ਕੋਈ ਕਿਤਾਬ, ਬਾਹਰੋਂ ਕੋਈ ਜੋਤ, ਬਾਹਰੋਂ ਕੋਈ ਗ੍ਰੰਥ, ਇਹ ਸਾਨੂੰ ਰਸਤਾ ਦਿਖਾਉਣ ਲਈ ਚੰਗੀਆਂ ਚੀਜ਼ਾਂ ਨੇ, ਪਰ ਅਸੀਂ ਰਸਤੇ 'ਚ ਨਹੀਂ ਰੁਕਣਾ। ਅਸੀਂ ਅੱਗੇ ਪਹੁੰਚਣਾ ਹੈ। ਜੋ ਸਾਡੇ ਜੀਵਨ ਦਾ ਲਕਸ਼ ਹੈ, ਅਸੀਂ ਉਸ ਨੂੰ ਪੂਰਿਆ ਕਰਨਾ ਹੈ ਤੇ ਉਸ ਨੂੰ ਪੂਰਿਆ ਕਰਨ ਲਈ ਸਾਨੂੰ ਆਪਣੇ ਅੰਦਰ ਦੀ ਜਿਹੜੀ ਯਾਤਰਾ ਹੈ ਨਾ, ਉਹ ਸ਼ੁਰੂ ਕਰਨੀ ਹੋਏਗੀ। ਅਗਲਾ ਬਚਨ ਵੇਖਦੇ ਹਾਂ, ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸ ਕਾ ਉਹ ਕਰਨੈ ਹਾਰ। ਇਹ ਜਿੰਨਾ ਵਿਸਥਾਰ ਆਪਾਂ ਵੇਖਦੇ ਹਾਂ ਚੌਗਿਰਦੇ, ਜਿੱਥੋਂ ਤੱਕ ਵੀ ਹੈ ਸਾਡੇ ਚੌਗਿਰਦੇ ਹੀ ਹੈ ਅਸਲ ਵਿੱਚ। ਆਪ ਕੀਨੋ, ਇਹ ਸਾਰੇ ਦਾ ਸਾਰਾ ਵਿਸਥਾਰ ਜਿਹੜਾ ਨਾ ਬ੍ਰਹਿਮੰਡੀ ਰਚਨਾ ਵਾਲਾ, ਉਹ ਪਰਮਾਤਮਾ ਨੇ ਆਪ ਹੀ ਕੀਤਾ ਹੈ। ਬੜੇ ਲੰਮੇ ਅਰਸੇ ਤੋਂ ਆਪਾਂ ਲੱਭ ਰਹੇ ਹਾਂ ਵੀ ਇਹ ਵਿਸਥਾਰ ਕਿਹਨੇ ਕੀਤਾ ਹੈ, ਬ੍ਰਹਿਮੰਡੀ ਰਚਨਾ ਕਿਹਨੇ ਰਚੀ, ਇਹਨੂੰ ਬਣਾਉਣ ਵਾਲਾ ਕੌਣ ਹੈ।
ਗੱਲ ਕਿੰਨੀ ਸਪਸ਼ਟ ਹੈ ਕਿ ਉਹਨੇ ਆਪ ਹੀ ਕੀਤਾ ਹੈ। ਸਭ ਕੁਛ ਉਸਕਾ, ਜੋ ਕੁਛ ਉਸਨੇ ਕੀਤਾ ਹੈ ਇਹ ਸਭ ਕੁਛ ਉਸੇ ਦਾ ਹੀ ਹੈ। ਜੇ ਸੱਚੀ ਮੁੱਚੀ ਇਹ ਸਭ ਕੁਛ ਉਹਦਾ ਹੀ ਹੈ, ਜੋ ਕੁਛ ਉਹਨੇ ਕੀਤਾ ਹੈ, ਤੇ ਫਿਰ ਆਪਾਂ ਵੀ ਤੇ ਉਹਦੇ ਹੀ ਕੀਤੇ ਹੋਏ ਆ। ਆਪਾਂ ਕੋਈ ਵੱਖਰੇ ਨਹੀਂ ਆ, ਸਾਨੂੰ ਕਿਸੇ ਹੋਰ ਨੇ ਨਹੀਂ ਬਣਾਇਆ। ਅਸੀਂ ਕਈ ਵਾਰੀ ਕਹਿੰਦੇ ਆ ਇਹ ਫਲਾਣੇ ਦਾ ਬੱਚਾ ਹੈ, ਫਲਾਣੇ ਦੀ ਧੀ ਹੈ, ਫਲਾਣੇ ਦਾ ਪੁੱਤਰ ਹੈ। ਉਹ ਬਿਲਕੁਲ ਠੀਕ ਹੈ, ਲੇਕਿਨ ਸਾਡਾ ਕਰਤਾ ਕੋਈ ਹੋਰ ਹੈ। ਉਸ ਕਰਤੇ ਨੇ ਇਹ ਸਾਡੇ ਮਾਤਾ ਪਿਤਾ ਜ਼ਰੀਆ ਚੁਣੇ ਨੇ ਸਾਨੂੰ ਇਸ ਸੰਸਾਰ ਵਿੱਚ ਪ੍ਰਗਟ ਕਰਨ ਲਈ। ਸੋ ਸਾਡੇ ਮਾਤਾ ਪਿਤਾ ਸਾਡੇ ਇੱਕ ਜ਼ਰੀਆ ਹੁੰਦੇ ਨੇ। ਅਸੀਂ ਆਪਣੇ ਬੱਚਿਆਂ ਲਈ ਇੱਕ ਜ਼ਰੀਆ ਬਣੇ ਆ, ਲੇਕਿਨ ਅਸੀਂ ਇਹਨਾਂ ਦੇ ਕਰਤਾ ਨਹੀਂ ਹਾਂ। ਇਸ ਲਈ ਮੇਰਾ ਇਹ ਵਿਚਾਰ ਹੈ ਕਿ ਸਾਨੂੰ ਇਹਨਾਂ ਉੱਤੇ ਆਪਣਾ ਹੱਕ ਨਹੀਂ ਜਮਾਉਣਾ ਚਾਹੀਦਾ। ਸਿਰਫ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਜਿਵੇਂ ਜੋ ਅਸੀਂ ਜ਼ਿੰਦਗੀ ਵਿੱਚ ਤਜਰਬਾ ਇਕੱਠਾ ਕੀਤਾ ਹੈ, ਉਹ ਆਪਣੇ ਬੱਚਿਆਂ ਨੂੰ, ਆਪਣੇ ਨਾਲ ਬੈਠਣ ਵਾਲਿਆਂ ਨੂੰ ਸਾਰਿਆਂ ਨਾਲੋਂ ਸ਼ੇਅਰ ਕਰੀਏ, ਸਾਰਿਆਂ ਨਾਲ ਸਾਂਝਾ ਕਰੀਏ ਵੀ ਵੇਖੋ ਮੈਂ ਇਹੋ ਜਿਹੇ ਕੰਮ ਕੀਤੇ ਨੇ ਤੇ ਮੈਨੂੰ ਸੁੱਖ ਮਿਲਿਆ ਹੈ। ਜਿਸ ਦਿਨ ਮੈਂ ਇਹੋ ਜਿਹਾ ਕੋਈ ਕੰਮ ਕੀਤਾ ਸੀ ਉਸ ਦਿਨ ਮੈਂ ਬਹੁਤ ਦੁਖੀ ਹੋਇਆ ਸੀ। ਇਸ ਕੰਮ ਦੇ ਵਿੱਚੋਂ ਮੈਨੂੰ ਇਹ ਲਾਭ ਹੋਇਆ ਹੈ। ਮੈਂ ਇੱਕ ਦਿਨ ਇਹੋ ਜਿਹਾ ਮਾੜਾ ਕੰਮ ਕਰ ਬੈਠਾ, ਮੇਰਾ ਬਹੁਤ ਭਾਰੀ ਨੁਕਸਾਨ ਹੋਇਆ। ਇਹ ਚੀਜ਼ਾਂ ਦੱਸਣੀਆਂ ਬਣਦੀਆਂ ਨੇ ਤਾਂ ਕਿ ਉਹ ਇਹਨਾਂ ਤੋਂ ਗਿਆਨ ਲੈ ਕੇ ਤੇ ਕੁਝ ਚੰਗਾ ਕਰ ਸਕਣ। ਲੇਕਿਨ ਅਸੀਂ ਉਹਨਾਂ ਉੱਤੇ ਹੱਕ ਨਾ ਜਤਾਈਏ ਕਿ ਇਹ ਸਭ ਕੁਝ ਸਾਡਾ ਹੈ। ਉਹਨਾਂ ਨੂੰ ਆਜ਼ਾਦੀ ਦਈਏ, ਉਹਨਾਂ ਨੂੰ ਆਜ਼ਾਦੀ ਦਾ ਜੀਵਨ ਜਿਉਣ ਦਈਏ, ਲੇਕਿਨ ਆਪਣਾ ਤਜਰਬਾ ਜ਼ਰੂਰ ਦੱਸਦੇ ਰਹੀ। ਸਭ ਕੁਛ ਉਸਕਾ, ਉਹ ਕਰਨਹਾਰ, ਉਹ ਪਰਮਾਤਮਾ। ਕਰਨਹਾਰ ਦਾ ਮਤਲਬ ਹੈ ਪੈਦਾ ਕਰਨ ਦੇ ਯੋਗ, ਸਾਨੂੰ ਸਭਨਾਂ ਨੂੰ ਬਣਾਉਣ ਦੇ, ਪੈਦਾ ਕਰਨ ਦੇ ਉਹ ਯੋਗ ਹੈ ਤੇ ਉਸਨੇ ਸਭ ਕੁਝ ਕੀਤਾ ਹੈ। ਇਹ ਸਾਰਾ ਵਿਸਥਾਰ ਭਾਈ ਉਹਨੇ ਆਪ ਹੀ ਕੀਤਾ ਹੈ, ਕਿਸੇ ਹੋਰ ਨੇ ਨਹੀਂ ਕੀਤਾ। ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ। ਇਹ ਜਿਹੜਾ ਭਰਮ ਸੀ ਨਾ ਕਿ ਮੈਂ ਕਰਤਾ ਹਾਂ ਇਸ ਚੀਜ਼ ਦਾ, ਇਹ ਘਰ ਮੈਂ ਬਣਾਇਆ, ਇਹ ਜ਼ਮੀਨ ਜਾਇਦਾਦ ਮੈਂ ਬਣਾਈ, ਇਹ ਫੈਕਟਰੀ ਮੈਂ ਲਾਈ, ਇਹ ਗਿਆਨ ਮੈਂ ਇਕੱਠਾ ਕੀਤਾ, ਇਹ ਕਿਤਾਬ ਮੈਂ ਲਿਖੀ ਹੈ, ਇਹ ਜਿਹੜੀ ਮੈਂ ਆ ਮਰ ਜਾਏਗੀ ਜਿੱਦਣ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਸਤਿਗੁਰ ਭਰਮ ਚੁਕਾਇਆ। ਆ ਜਿਹੜੀ ਸਤਿਗੁਰ ਦੇ ਰਾਰੇ ਨੂੰ ਸਿਹਾਰੀ ਪਈ ਹੋਈ ਹੈ ਨਾ, ਇਹ ਦੱਸਦੀ ਹੈ ਸਤਿਗੁਰੂ ਨੇ, ਇਹ ਸੰਬੰਧ ਕੀ ਅਰਥ ਰੱਖਦੀ ਹੈ। ਕਹੋ ਨਾਨਕ ਕਰਨਹਾਰ ਹੈ ਆਪੇ। ਸਤਿਗੁਰੂ ਆਖਦੇ ਨੇ ਕਿ ਇਸ ਤਰ੍ਹਾਂ ਆਖੋ ਭਾਈ, ਸਾਨੂੰ ਸਭਨਾਂ ਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਆਪ ਹੀ ਹੈ। ਇਹ ਜਿਹੜਾ ਭੁਲੇਖਾ ਸੀ ਕਿ ਮੈਂ ਵੀ ਕਰਤਾ ਹਾਂ, ਮੈਂ ਵੀ ਆ ਚੀਜ਼ਾਂ ਬਣਾਈਆਂ ਨੇ, ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੇਰਾ ਭਰਮ ਦੂਰ ਕਰ ਦਿੱਤਾ। ਮੈਂ ਤੇ ਕਰਤਾ ਤਾਂ ਹੋ ਸਕਾਂ ਜੇ ਮੈਂ ਆਪਣੇ ਆਪ ਦਾ ਕਰਤਾ ਹੋਵਾਂ। ਮੈਂ ਤੇ ਆਪਣੇ ਆਪ ਦਾ ਵੀ ਕਰਤਾ ਨਹੀਂ, ਮੇਰਾ ਵੀ ਕਰਤਾ ਕਰਨ ਵਾਲਾ ਪਰਮਾਤਮਾ ਹੈ, ਤੇ ਫਿਰ ਮੈਂ ਅਗਲੀਆਂ ਚੀਜ਼ਾਂ ਦਾ ਕਰਤਾ ਕਿਵੇਂ ਹੋ ਗਿਆ। ਸੋ ਇੱਥੋਂ ਸਾਨੂੰ ਇਹ ਗੱਲ ਸਮਝ ਪੈਂਦੀ ਹੈ ਕਿ ਜਿੰਨਾ ਚਿਰ ਅਸੀਂ ਸਤਿਗੁਰੂ ਜੀ ਦੇ ਬਚਨਾਂ ਨੂੰ ਬੜੇ ਗਹੁ ਨਾਲ, ਵੇਖੋ ਮੈਂ ਤਾਂ ਹੀ ਬਾਰ-ਬਾਰ ਆਖਦਾ ਹੁੰਦਾ ਵੀ ਇਹ ਨਾ ਹੇਕ ਲਾ ਕੇ ਨਹੀਂ ਪੜੋ ਇਹਨੂੰ, ਮਤਲਬ ਲਗਾਤਾਰ ਫਟਾਫਟ ਇਹਦੇ ਪੰਨੇ ਪੂਰੇ ਨਾ ਕਰੋ। ਬਸ ਕੋਈ ਇੱਕ ਪੰਕਤੀ ਲੈ ਲਓ, ਉਹਨੂੰ ਸਮਝ ਲਓ। ਬਸ ਜੇ ਅੱਜ ਅਸੀਂ ਇੱਕ ਪੰਕਤੀ ਲੈ ਲਈਏ ਵੀ ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ। ਮੇਰੇ ਸਤਿਗੁਰੂ ਨੇ ਮੇਰਾ ਇਹ ਤੌਖਲਾ ਦੂਰ ਕਰ ਦਿੱਤਾ, ਇਹ ਭਰਮ ਲੱਥ ਗਿਆ ਮੇਰਾ, ਕਿ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ, ਹਰ ਚੀਜ਼ ਨੂੰ ਪੈਦਾ ਕਰਨ ਵਾਲਾ, ਉਸ ਤੋਂ ਵੱਖਰਾ ਹੋਰ ਕੋਈ ਨਹੀਂ। ਸੋ ਅਗਲਾ ਜਿਹੜਾ ਬਚਨ ਹੈ ਗੁਰੂ ਜੀ ਦਾ, ਉਹਦੇ ਵਿੱਚ ਆਖਦੇ ਨੇ, ਉਸ ਤੇ ਭਿੰਨ ਕਹੋ ਕਿਛ ਹੋਏ। ਦੱਸੋ, ਇਹ ਯਾਨੀ ਜਿਵੇਂ ਇੱਕ ਸਵਾਲੀਆ ਫਿਕਰਾ ਹੁੰਦਾ ਨਾ, ਇਹਦੇ ਅੱਗੇ ਕੁਐਸਚਨ ਮਾਰਕ ਜੇ ਆਪਾਂ ਲਗਾ ਲਈਏ ਤੇ ਦੱਸੋ ਭਾਈ, ਉਸ ਤੋਂ ਭਿੰਨ ਮੈਨੇ ਵੱਖਰਾ ਹੈ ਕੋਈ ਵੱਖਰੀ ਚੀਜ਼ ਉਸ ਤੋਂ।
ਤੁਸੀਂ ਇਹਦੇ ਉੱਤੇ ਨਾ ਐਂ ਧਿਆਨ ਟਿਕਾ ਕੇ ਵੇਖਣਾ, ਇਕੱਲੇ ਬੈਠ ਕੇ ਵੇਖਣਾ ਵੀ ਕੋਈ ਚੀਜ਼ ਹੈ ਇਹੋ ਜਿਹੀ ਜਿਹੜੀ ਬਾਹਰ ਮੈਨੂੰ ਨਜ਼ਰ ਆਉਂਦੀ, ਜਿਹੜੀ ਉਸ ਤੋਂ ਵੱਖਰੀ ਹੋਵੇ। ਤੁਸੀਂ ਪਾਓਗੇ ਕਿ ਕੁਝ ਵੀ ਵੱਖਰਾ ਨਹੀਂ। ਅਸੀਂ ਕਹਿੰਦੇ ਆ, ਜਿਵੇਂ ਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਨਾ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਵੀ ਪਹਿਲਾਂ ਹਵਾ ਬਣੀ, ਜਿਹਨੂੰ ਗੈਸਿਸ ਕਹਿ ਰਹੇ ਨੇ, ਫਿਰ ਉਹਦੇ ਤੋਂ ਪਾਣੀ ਬਣਿਆ, ਪਾਣੀ ਤੋਂ ਫਿਰ ਜੀਵ ਜੰਤ ਪੈਦਾ ਹੋਏ, ਬੈਕਟੀਰੀਆ ਪੈਦਾ ਹੋਇਆ। ਇਸ ਤਰ੍ਹਾਂ ਦੀ ਸੋਚ ਅਸੀਂ ਲੰਬੀ ਜੀ ਬਣਾਈ ਹੋਈ ਹੈ, ਔਰ ਇਹ ਕਿਸੇ ਹੱਦ ਤੱਕ ਠੀਕ ਹੀ ਹੋਣੀ ਹੈ ਜਿਵੇਂ ਅਸੀਂ ਕਹਿ ਰਹੇ ਹਾਂ, ਕੋਈ ਗਲਤ ਨਹੀਂ ਕਹਿ ਰਹੇ। ਲੇਕਿਨ ਜਦੋਂ ਅਸੀਂ ਇਸ ਸੋਚ ਦੇ ਆਧਾਰ ਤੇ ਪਿੱਛੇ ਨੂੰ ਜਾਵਾਂਗੇ ਤੇ ਸਾਚੇ ਤੇ ਪਵਨਾ ਭਇਆ, ਅਸੀਂ ਬਿਗ ਬੈਂਗ ਦੀ ਥਿਊਰੀ ਤੱਕ ਪਹੁੰਚ ਜਾਵਾਂਗੇ ਕਿ ਆਹ ਇੱਕ ਧਮਾਕਾ ਹੋਇਆ ਇਸ ਬ੍ਰਹਿਮੰਡ ਦੇ ਅੰਦਰ। ਉਸ ਤੋਂ ਪਿੱਛੇ ਚੱਲੀਏ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਲੱਭਿਆ ਤੇ ਫਿਰ ਸਾਨੂੰ ਉਸ ਤੋਂ ਪਿੱਛੇ ਜਾਣਾ ਹੋਵੇਗਾ ਵੀ ਉਹਦਾ ਕਾਰਨ ਕੀ ਹੈ। ਜਦੋਂ ਅਸੀਂ ਇਸ ਤਰ੍ਹਾਂ ਲੱਭਦੇ ਖੋਜ ਕਰਦੇ ਪਿੱਛੇ ਨੂੰ ਜਾਂਦੇ ਜਾਵਾਂਗੇ ਤੇ ਇੱਕ ਜਗ੍ਹਾ ਐਸੀ ਆ ਜਾਏਗੀ ਜਿੱਥੋਂ ਅਸੀਂ ਪਿੱਛੇ ਨਹੀਂ ਜਾ ਪਾਵਾਂਗੇ। ਉੱਥੇ ਫਿਰ ਗੁਰੂ ਜੀ ਕਹਿੰਦੇ ਨੇ, ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਵੀ ਸਾਰੇ ਜਿੰਨੇ ਵੀ ਕਾਰਨ ਹੋਏ ਨੇ, ਚਾਹੇ ਉਹ ਬਿਗ ਬੈਂਗ ਦਾ ਕਾਰਨ ਹੋਇਆ, ਚਾਹੇ ਉਸ ਤੋਂ ਪਹਿਲਾਂ ਹੋਰ ਕਈ ਕਾਰਨ ਹੋਏ ਹੋਣਗੇ, ਬਿਗ ਬੈਂਗ ਦੇ ਵੀ ਤਾਂ ਅਕਸਰ ਕਾਰਨ ਹੀ ਹੋਣਗੇ ਨਾ। ਬਸ ਉਹ ਕਰਨ ਕਾਰਨ ਸਮਰੱਥ ਹੈ। ਸਾਰਿਆਂ ਕਾਰਨਾਂ ਦਾ ਕਰਨਹਾਰ ਉਹ ਸਮਰੱਥ ਵਾਹਿਗੁਰੂ ਇੱਕੋ ਹੀ ਹੈ। ਉਸ ਤੇ ਭਿੰਨ ਕਾਹੂ ਕਿਛ ਹੋਏ। ਹੁਣ ਦੱਸੋ, ਜੇ ਅਸੀਂ ਇਸ ਢੰਗ ਨਾਲ ਪਿੱਛੇ ਨੂੰ ਜਾਂਦੇ ਜਾਈਏ ਤੇ ਫਿਰ ਉਹ ਤੋਂ ਵੱਖਰੇ ਅਸੀਂ ਕਿਵੇਂ ਹੋ ਗਏ? ਕਿਹੜੀ ਚੀਜ਼ ਉਸ ਤੋਂ ਵੱਖਰੀ ਹੋ ਗਈ? ਕੁਝ ਵੀ ਵੱਖਰਾ ਨਹੀਂ ਹੁੰਦਾ। ਜੇਕਰ ਅਸੀਂ ਨਾ ਇੰਨਾ ਪਿੱਛੇ ਨਾ ਵੀ ਜਾਈਏ, ਅਸੀਂ ਆਪਣੇ ਇੱਕ ਸੌਰ ਮੰਡਲ, ਜਿਸ ਨੂੰ ਅਸੀਂ ਸੂਰਜ ਮੰਡਲ ਆਖਦੇ ਹਾਂ, ਜਿਹੜੇ ਇਹਦੇ 6-7 ਗ੍ਰਹਿ ਨੇ, ਇਹ ਸਾਰੇ ਸੂਰਜ ਤੋਂ ਹੀ ਬਣੇ ਨੇ। ਉਸ ਤੋਂ ਵੱਖਰੀ ਕੋਈ ਵੀ ਚੀਜ਼ ਨਹੀਂ। ਅਸੀਂ ਕਹਿ ਰਹੇ ਹਾਂ, ਜਾਂ ਸਾਡੇ ਵਿਗਿਆਨੀ ਲੋਕ ਕਹਿੰਦੇ ਨੇ ਕਿ ਆ ਜਿਹੜੀ ਧਰਤੀ ਜੀ ਦੇ ਉੱਤੇ ਸਾਡਾ ਜਨਮ ਹੋਇਆ ਹੈ, ਇਹ ਸੂਰਜ ਦਾ ਇੱਕ ਟੁਕੜਾ ਹੈ, ਉਸ ਤੋਂ ਵੱਖਰਾ ਨਹੀਂ ਹੈ। ਸਮਾਂ ਪਾ ਕੇ ਇਹਦੇ ਉੱਤੇ ਤਬਦੀਲੀ ਆਈ ਤੇ ਜੀ ਜੰਤ ਪੈਦਾ ਹੋਏ, ਫਿਰ ਅਸੀਂ ਸੂਰਜ ਤੋਂ ਵੱਖਰੇ ਕਿਵੇਂ ਹੋ ਗਏ? ਜੇ ਧਰਤੀ ਸੂਰਜ ਦਾ ਟੁਕੜਾ ਹੈ ਤੇ ਅਸੀਂ ਧਰਤੀ ਦਾ ਟੁਕੜਾ ਹਾਂ। ਸਾਡਾ ਸਰੀਰ ਕੀ ਹੈ? ਧਰਤੀ ਹੀ ਤੇ ਹੈ, ਮਿੱਟੀ ਹੀ ਤੇ ਹੈ। ਮਿੱਟੀ ਤੋਂ ਹੀ ਤੇ ਉਪਜਿਆ ਸਭ ਕੁਝ। ਖੂਨ ਕਿੱਥੋਂ ਬਣਿਆ? ਮਿੱਟੀ ਤੋਂ। ਵੀਰਜ ਕਿੱਥੋਂ ਬਣਿਆ? ਮਿੱਟੀ ਤੋਂ। ਅਸੀਂ ਆਖਾਂਗੇ ਭੋਜਨ ਤੋਂ ਬਣਿਆ, ਭੋਜਨ ਕਿੱਥੋਂ ਆਇਆ? ਮਿੱਟੀ ਚੋਂ। ਫਿਰ ਅਸੀਂ ਕੀ ਹਾਂ? ਮਿੱਟੀ ਹਾਂ। ਇਸ ਤਰ੍ਹਾਂ ਤੁਸੀਂ ਪਿੱਛੇ ਜਾਂਦੇ ਜਾਓ ਤੇ ਵੇਖੋਗੇ ਉਸ ਤੇ ਭਿੰਨ ਕਹੋ ਕਿਛ ਹੋਏ। ਦੱਸੋ ਭਾਈ, ਉਸ ਤੋਂ ਵੱਖਰਾ ਫਿਰ ਕੀ ਹੈ? ਕੁਛ ਵੀ ਤੇ ਨਹੀਂ ਉਸ ਤੋਂ ਵੱਖਰਾ। ਥਾਨ ਥਨੰਤਰ ਇੱਕ ਹੈ ਸੋਏ। ਉਹ ਇੱਕੋ ਇੱਕ ਪਰਮਾਤਮਾ ਥਾਨ ਅਤੇ ਥਾਨ ਅੰਤਰ, ਥਾਵਾਂ ਤੇ ਥਾਵਾਂ ਦੇ ਵਿੱਚ ਵੀ ਬਿਰਾਜਮਾਨ ਹੈ। ਸੋ ਹਰ ਜਗ੍ਹਾ ਜੋ ਕੁਛ ਵੀ ਹੈ, ਹਰ ਜਗ੍ਹਾ ਦੇ ਵਿੱਚ ਉਸ ਪਰਮਾਤਮਾ ਦੀ ਮੌਜੂਦਗੀ ਹੈ। ਗੁਰੂ ਸਾਹਿਬ ਨੇ ਆਖਿਆ, ਥਾਨ ਥਾਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋ। ਦੂਜਾ ਹੋਰ ਕੋਈ ਹੈ ਹੀ ਨਹੀਂ। ਸਭਨਾਂ ਨੂੰ ਦਾਤਾਂ ਦੇਣ ਵਾਲਾ ਉਹ ਇੱਕੋ ਹੀ ਮਾਲਕ ਹੈ। ਸਾਰੀਆਂ ਥਾਵਾਂ ਵਿੱਚ ਉਹ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੀ ਰਮਿਆ ਹੋਇਆ, ਉਹ ਹੀ ਸਮਾਇਆ ਹੋਇਆ। ਸੋ ਜਦੋਂ ਅਸੀਂ ਇਸ ਤਰ੍ਹਾਂ ਸਮਝਾਂਗੇ ਗੁਰਬਾਣੀ ਦੀ ਰਾਹੀਂ, ਸਾਡਾ ਜੀਵਨ ਸੱਚੀ ਮੁੱਚੀ ਬਦਲ ਜਾਏਗਾ। ਫਿਰ ਅਸੀਂ ਆਪਣੇ ਅੰਦਰ ਜਾਣਾ ਸ਼ੁਰੂ ਕਰ ਦਿਆਂਗੇ। ਇਹ ਸੱਚਮੁੱਚ ਹੀ, ਜੇ ਗੁਰੂ ਜੀ ਕਹਿੰਦੇ ਨੇ ਥਾਨ ਥਨੰਤਰ ਰਵ ਰਹਿਆ, ਜੇ ਉਹ ਥਾਵਾਂ ਦੇ ਅੰਦਰ ਰਮਿਆ ਹੋਇਆ ਤੇ ਮੇਰੇ ਅੰਦਰ ਵੀ ਤੇ ਜ਼ਰੂਰ ਹੋਏਗਾ। ਜੇ ਇਹ ਗੱਲ ਸੱਚੀ ਹੈ ਕਿ ਮੇਰੇ ਅੰਦਰ ਉਹ ਬੈਠਾ ਹੋਇਆ ਹੈ, ਤੇ ਫਿਰ ਆਪਾਂ ਨਾ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਕਰੀਏ, ਯਤਨ ਤੇ ਕਰਕੇ ਵੇਖੀਏ। ਗੁਰੂ ਜੀ ਨੇ ਉਹ ਬਚਨ ਐਵੇਂ ਹੀ ਨਹੀਂ ਆਖਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾ। ਪ੍ਰਭੂ ਉਹਦੀ ਹਸਤੀ ਇਸ ਦੇਹੀ ਦੇ ਅੰਦਰ ਹੀ ਸਮਾਈ ਹੋਈ।
ਬਸ ਵੇਖਣ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ ਤੇ ਇਸ ਗੱਲ ਨੂੰ ਸਮਝ ਕੇ ਅੱਗੇ ਵਧਣ ਦੀ ਲੋੜ। ਅਗਲਾ ਬਚਨ ਹੈ, ਆਪਣੇ ਚਲਿਤ ਆਪ ਕਰਨੈ ਹਾਰ, ਕੌਤਕ ਕਰੈ ਰੰਗ ਆਪਾਰ। ਆਪਣੇ ਚਲਿਤ, ਚਲਿਤ ਦਾ ਮਤਲਬ ਹੈ ਕੌਤਕ। ਇਹ ਜਿੰਨੇ ਕੌਤਕ ਹੋ ਰਹੇ ਨੇ ਪੂਰੇ ਬ੍ਰਹਿਮੰਡ ਦੇ ਅੰਦਰ, ਉਹ ਆਪ ਹੀ ਕਰਨ ਯੋਗ ਹੈ, ਆਪ ਹੀ ਕਰ ਰਹੇ। ਕੌਤਕ ਕਰੈ ਰੰਗ ਆਪਾਰ, ਉਹ ਬੇਅੰਤ ਰੰਗਾਂ ਦੇ, ਬੇਅੰਤ ਢੰਗਾਂ ਦੇ ਕੌਤਕ ਕਰ ਰਹੇ। ਇਸ ਪੂਰੇ ਬ੍ਰਹਿਮੰਡ ਵਿੱਚ ਕਦੀ ਕੋਈ ਮਹਾਮਾਰੀ ਆ ਜਾਂਦੀ ਹੈ ਤੇ ਕਦੀ ਇਹੋ ਜਿਹੇ ਦਿਨ ਆਉਂਦੇ ਨੇ ਕਿ ਚਾਰ ਚੁਫੇਰੇ ਸੁੱਖ ਹੀ ਸੁੱਖ, ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਨਜ਼ਰ ਆਉਂਦੇ। ਕਦੀ ਇਹੋ ਜਿਹੇ ਦਿਨ ਵੀ ਆਉਂਦੇ ਨੇ ਕਿ ਬੰਦਾ ਚਾਹੁੰਦਾ ਹੈ ਕਿ ਇਹੋ ਜਿਹੇ ਦਿਨ ਕੱਟਣ ਦੀ ਬਜਾਏ ਤੇ ਬੰਦਾ ਮਾਰੀ ਜਾਏ ਤੇ ਇਹ ਕੌਣ ਕਰਨ ਵਾਲਾ ਹੈ? ਇਹ ਉਹ ਆਪ ਹੀ ਕਰਨ ਵਾਲਾ, ਕਰਨਹਾਰ ਆਪ ਹੈ ਤੇ ਅਪਾਰ ਮੈਨੇ ਬੇਅੰਤ, ਬੇਅੰਤ ਰੰਗਾਂ ਦੇ ਕੌਤਕ ਉਹ ਕਰਦਾ ਰਹਿੰਦਾ। ਸੋ ਉਹਨਾਂ ਕੌਤਕਾਂ ਨੂੰ ਸਮਝਣ ਵਾਸਤੇ ਨਾ ਮੈਂ ਕਬੀਰ ਜੀ ਦੀ ਬਾਣੀ ਵਿੱਚੋਂ ਇਹ ਬਚਨ ਲਏ ਨੇ। ਇਹ ਸ਼ਬਦ ਤੁਸੀਂ ਪੂਰਾ ਪੜ੍ਹ ਕੇ ਵੇਖਣਾ, ਕਿਉਂਕਿ ਮੈਂ ਸਮੇਂ ਨੂੰ ਧਿਆਨ 'ਚ ਰੱਖਦਿਆਂ ਪੂਰਾ ਸ਼ਬਦ ਨਹੀਂ ਲਿਆ। ਤੁਸੀਂ ਪੂਰਾ ਸ਼ਬਦ ਪੜ੍ਹ ਕੇ ਵੇਖਣਾ 1252 ਅੰਗ ਦੇ ਉੱਤੇ। ਤੇ ਉਹਦੀਆਂ ਦੋ ਪੰਕਤੀਆਂ ਮੈਂ ਲਈਆਂ ਨੇ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ। ਜਲ ਤੋਂ ਉਹ ਰੇਗਿਸਤਾਨ ਬਣਾ ਦਿੰਦਾ ਹੈ, ਰੇਗਿਸਤਾਨ ਤੋਂ ਖੂਹ ਬਣਾ ਦਿੰਦਾ ਹੈ ਤੇ ਖੂਹਾਂ ਤੋਂ ਪਹਾੜ ਬਣਾ ਦੇ। ਕਬੀਰ ਸਾਹਿਬ ਐਸਾ ਫਰਮਾ ਰਹੇ ਨੇ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਕਈ ਬੰਦੇ ਉਹ ਇੱਕ ਖੋਖਾ ਲਾ ਕੇ ਚਾਹ ਵੇਚਦੇ ਹੁੰਦੇ ਨੇ, ਜਦੋਂ ਮਾਲਕ ਦੀ ਮੌਜ ਆਉਂਦੀ ਉਹਨੂੰ ਉਹ ਉਤਲੇ ਥਾਂ ਤੇ ਪਹੁੰਚਾ ਦਿੰਦਾ ਹੈ ਤੇ ਹੁਣ ਉਹਦਾ ਡਿੱਗਣ ਦਾ ਸਮਾਂ ਵੀ ਆ ਗਿਆ। ਇਸ ਤਰ੍ਹਾਂ ਹੀ ਹੁੰਦੀ ਹੈ ਜੀ। ਧਰਤੀ ਤੇ ਆਕਾਸ਼ ਚੜਾਵੈ, ਚੜਾ ਵੀ ਦਿੰਦਾ ਹੈ। ਇੱਕ ਚਾਹ ਵੇਚਣ ਵਾਲੇ ਨੂੰ PM ਬਣਾ ਦਿੰਦਾ ਹੈ। ਇੱਕ ਰਿਕਸ਼ੇ ਚਲਾਉਣ ਵਾਲੇ ਦੇ ਪਿੱਛੇ ਲੱਖਾਂ ਲੋਕ, ਲੱਖਾਂ ਨਹੀਂ ਕਰੋੜਾਂ ਲੋਕ ਉਹਦੀ ਜੈ ਜੈਕਾਰ ਕਰਦੇ ਨੇ ਤੇ ਜਦੋਂ ਡੇਗਣ ਲੱਗਦਾ ਉਦੋਂ ਜੇਲ੍ਹ 'ਚ ਸੁੱਟ ਦਿੰਦਾ। ਤੁਹਾਡੇ ਸਾਹਮਣੇ ਆ ਨਾ ਜੀ, ਕਿੰਨੇ ਬੰਦੇ ਬੈਠੇ ਨੇ ਜਿਹੜੇ ਕੋਈ ਰਿਕਸ਼ਾ ਚਲਾਉਂਦਾ ਆਇਆ, ਕੋਈ ਉਹ ਜ਼ਿਮੀਂਦਾਰਾਂ ਦਾ ਪੁੱਤਰ ਸੀ, ਹਲ ਵਾਹੁੰਦਾ ਆਇਆ ਤੇ ਆ ਗਿਆ ਤੇ ਲੱਖਾਂ ਕਰੋੜਾਂ ਉਹਨਾਂ ਦੇ ਫਾਲੋਅਰਸ ਬਣ ਗਏ, ਜੈ ਜੈਕਾਰ ਹੋ ਗਈ ਪੂਰੀ ਧਰਤੀ ਦੇ ਉੱਤੇ। ਤੇ ਵਕਤ ਆਇਆ ਤੇ ਸਿੱਖਾਂ ਪਿੱਛੇ ਬੈਠੇ ਨੇ। ਇਹ ਹੈ ਕੌਤਕ ਕਰੈ ਰੰਗ ਆਪਾ। ਉਹਦੇ ਬੇਅੰਤ ਕੌਤਕ ਨੇ ਭਾਈ, ਇਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕਬੀਰ ਸਾਹਿਬ ਐਸਾ ਸਾਨੂੰ ਸਮਝਾ ਰਹੇ ਨੇ ਵੀ ਉਹਦੇ ਕਿੰਨੇ ਕੁ ਕੌਤਕ ਗਿਣੇ ਜਾਣ, ਨਹੀਂ ਗਿਣੇ ਜਾ ਸਕਦੇ। ਮੈਂ ਇੱਕ ਜੇ ਆਪਾਂ ਪਿੱਛੇ ਇੱਕ ਵਾਰੀ ਨਾ ਉਹ ਕਹਾਣੀ ਸਾਖੀ ਪੜ੍ਹੀ ਸੀ, ਗੁਰੂ ਨਾਨਕ ਸਾਹਿਬ ਜਦੋਂ ਗਏ ਸੀ ਉੱਥੇ ਬਗਦਾਦ ਵਿੱਚ, ਜਿਹੜਾ ਸੀ ਨਾ ਪੀਰ ਦਸਤਗੀਰ, ਉਹਨੇ ਗੁਰੂ ਨਾਨਕ ਸਾਹਿਬ ਦਾ ਪਹਿਲਾਂ ਕਾਫੀ ਵਿਰੋਧ ਕੀਤਾ, ਮਾਰਨ ਤੱਕ ਗਏ ਲੋਕ ਇੱਟਾਂ ਪੱਥਰ ਲੈ ਕੇ। ਤੇ ਫਿਰ ਜਦੋਂ ਵੇਖਿਆ ਵੀ ਉਹ ਕੋਈ ਪੂਰਨ ਪੁਰਸ਼ ਹਨ, ਜੋ ਬਚਨ ਕਹਿ ਰਹੇ ਨੇ ਉਹ ਐਵੇਂ ਸੁੱਟਣ ਵਾਲੇ ਨਹੀਂ ਹਨ, ਉਹਨਾਂ ਨੂੰ ਸਮਝੀਏ ਆਪਾਂ। ਤੇ ਫਿਰ ਉਸਨੇ ਨਾ ਇੱਕ ਵੱਡੀ ਸਭਾ ਬੁਲਾ ਲਈ ਸੀ ਤੇ ਉਸ ਸਭਾ ਵਿੱਚ ਉਹਨਾਂ ਨੇ ਬਹੁਤ ਸਾਰੇ ਸਵਾਲ ਕੀਤੇ ਸਨ। ਗੁਰੂ ਨਾਨਕ ਸਾਹਿਬ ਨੂੰ ਬੜਾ ਕੁਝ ਪੁੱਛਿਆ ਸੀ ਤੇ ਉਹਨਾਂ ਸਵਾਲਾਂ 'ਚੋਂ ਇੱਕ ਸਵਾਲ ਹੈ ਕਿ ਪ੍ਰਮਾਤਮਾ ਕਰਦਾ ਕੀ? ਜਦੋਂ ਇਹ ਸਵਾਲ ਕੀਤਾ ਗਿਆ ਤੇ ਗੁਰੂ ਸਾਹਿਬ ਨੇ ਉਹਨੂੰ, ਪੀਰ ਜੀ ਨੂੰ ਆਖਿਆ ਵੀ ਪੀਰ ਜੀ ਵੇਖੋ, ਤੁਸੀਂ ਸਵਾਲ ਪੁੱਛਦੇ ਹੋ ਤੇ ਉੱਚੇ ਸਿੰਘਾਸਨ ਤੇ ਚੜ੍ਹ ਕੇ ਬੈਠੇ ਹੋ ਤੁਸੀਂ, ਤੇ ਮੈਂ ਥੱਲੇ ਖਲੋਤਾ ਸਭਾ 'ਚ, ਮੈਨੂੰ ਤੁਸੀਂ ਪੁੱਛ ਰਹੇ ਹੋ। ਚੰਗਾ ਹੋਵੇ ਤੁਸੀਂ ਥੱਲੇ ਉੱਤਰ ਆਓ ਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆਂ। ਉਹ ਕਹਿੰਦਾ, ਉਹ ਕਿਉਂਕਿ ਉਹ ਪ੍ਰਭਾਵਿਤ ਹੋ ਚੁੱਕਿਆ ਸੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੋਂ, ਨਾ ਬੜਾ ਪ੍ਰਭਾਵਿਤ ਹੋਇਆ ਸੀ। ਇੱਕਦਮ ਥੱਲੇ ਉਤਰ ਆਇਆ, ਹੱਥ ਜੋੜ ਕੇ ਆਖਣ ਲੱਗਾ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਏ, ਮੈਂ ਥੱਲੇ ਆ ਕੇ ਤੁਹਾਡੇ ਨਾਲ ਗੱਲ ਕਰਦਾ, ਮੈਂ ਕਿਉਂ ਉੱਤੇ ਬੈਠਾ ਹਾਂ। ਜਦੋਂ ਥੱਲੇ ਆਇਆ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਜਾ ਉਹਦੇ ਉੱਤੇ ਬਹਿ ਜਾ, ਉਹਦੇ ਸਿੰਘਾਸਣ ਤੇ ਨਾ, ਪੀਰ ਜੀ ਵਾਲੇ।
ਤੇ ਭਾਈ ਮਰਦਾਨਾ ਜੀ ਬਹਿ ਗਿਆ ਤੇ ਗੁਰੂ ਸਾਹਿਬ ਚੁੱਪ ਕਰਕੇ ਖਲੋਤੇ ਰਹੇ। ਤੇ ਉਹ ਪੀਰ ਜੀ ਪੁੱਛਦੇ ਨੇ ਦਸਤਗੀਰ ਜੀ ਵੀ ਗੁਰੂ ਜੀ ਮੈਂ ਹੁਣ ਥੱਲੇ ਉਤਰ ਆਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਤੇ ਦਿੱਤਾ ਹੀ ਨਹੀਂ। ਤੇ ਗੁਰੂ ਜੀ ਕਹਿੰਦੇ ਮੈਂ ਤੇ ਬੜੇ ਚਿਰ ਦਾ ਦੇ ਬੈਠਾ ਵਾਂ, ਤੈਨੂੰ ਸਮਝ ਨਹੀਂ ਆਈ? ਤੇਰਾ ਸਵਾਲ ਹੈ ਪ੍ਰਮਾਤਮਾ ਕਰਦਾ ਕੀ ਹੈ? ਬਸ ਇਹੋ ਹੀ ਕੁਛ ਕਰਦਾ ਹੈ, ਕਿਸੇ ਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਤੇ ਜਦੋਂ ਉਹਦਾ ਜੀ ਕਰਦਾ ਸਿੰਘਾਸਣ ਤੋਂ ਲਾਹ ਦਿੰਦਾ ਹੈ। ਜਿਹੜੇ ਥੱਲੇ ਵਿਚਾਰੇ ਟੁੱਟੀਆਂ ਜੁੱਤੀਆਂ ਵਾਲੇ ਤੁਰੇ ਫਿਰਦੇ ਨੇ ਗਲੀਆਂ ਵਿੱਚ, ਉਹਨਾਂ ਨੂੰ ਸਿੰਘਾਸਣ ਤੇ ਬਿਠਾ ਦੇ। ਇਹ ਮਿਰਾਸ਼ੀ ਹੈ ਮੁਸਲਮਾਨ ਜਿਹੜਾ ਮੇਰੇ ਨਾਲ ਚੱਲਦਾ ਹੈ। ਵੇਖੋ ਅੱਜ ਇਹ ਪੀਰ ਦਸਤਗੀਰ ਦੀ ਕੁਰਸੀ ਤੇ ਉਹਦੇ ਸਿੰਘਾਸਣ ਤੇ ਬੈਠਾ ਹੈ। ਇਹ ਰੱਬੀ ਕੌਤਕ ਨੇ। ਸੋ ਇਹ ਕੁਝ ਕਰਦਾ ਹੈ ਪਰਮਾਤਮਾ, ਉਹਦੇ ਤੋਂ ਹਮੇਸ਼ਾ ਅਦਬ ਉਹਦਾ ਕਰੀਏ। ਜਿਹੜਾ ਭੈ ਸ਼ਬਦ ਹੈ ਨਾ ਗੁਰਬਾਣੀ ਵਿੱਚ, ਰੱਬ ਦਾ ਭੈ, ਉਹਦਾ ਅਦਬ ਹੀ ਹੈ। ਸੋ ਉਸ ਦਾ ਅਦਬ ਕਰੀਏ, ਉਹਦੇ ਬਣਾਏ ਕਾਨੂੰਨਾਂ ਨੂੰ ਸਮਝੀਏ, ਉਹਦੇ ਬਣਾਏ ਨਿਯਮਾਂ ਨੂੰ ਸਮਝੀਏ, ਉਸ ਦਾ ਭੈ ਰੱਖੀਏ ਮਨ ਵਿੱਚ, ਉਸ ਦਾ ਡਰ ਰੱਖੀਏ ਮਨ ਵਿੱਚ, ਉਸ ਦੇ ਨਿਯਮਾਂ ਦਾ ਅਦਬ ਕਰੀਏ, ਸਤਿਕਾਰ ਦਈਏ ਉਹਨਾਂ ਨਿਯਮਾਂ ਨੂੰ, ਉਹਨਾਂ ਦੀ ਕਦੇ ਉਲੰਘਣਾ ਨਾ ਕਰੀਏ। ਪਰਮਾਤਮਾ ਭਈ ਇਹੋ ਕੁਝ ਹੀ ਕਰਦਾ ਜੇ ਹੰਕਾਰ ਆਏ ਤੇ ਵੇਖੋ ਨਾ, ਇਹ ਜਿਹੜਾ ਸ਼ਲੋਕ ਹੈ ਉਹਦੇ ਚ ਬਚਨ ਹੀ ਇਹ ਆ ਕਿ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰ ਕਰਨ ਵਾਲੇ ਸਿੱਖਾਂ ਪਿੱਛੇ ਬੈਠੇ ਮਿਲਦੇ ਨੇ। ਵੱਡੇ ਵੱਡੇ ਹੰਕਾਰ ਕਰਨ ਵਾਲੇ ਰੁਲਦੇ ਫਿਰਦੇ ਵੇਖੇ ਨੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਕਰਨਹਾਰ ਆਪ ਹੀ ਇਹ ਮਾਲਕ, ਤੇ ਇਹ ਸਾਰੇ ਉਹਦੇ ਕੌਤਕ ਨੇ ਤੇ ਅਨੇਕ ਪ੍ਰਕਾਰ ਦੇ ਨੇ, ਅਨੇਕ ਰੰਗਾਂ ਤੇ ਢੰਗਾਂ ਦੇ ਨੇ। ਬਸ ਆਪਾਂ ਉਹਦੇ ਕੌਤਕਾਂ ਨੂੰ ਸਮਝ ਤੇ ਨਹੀਂ ਪਾਵਾਂਗੇ, ਲੇਕਿਨ ਜਿੰਨਾ ਕੁ ਸਾਨੂੰ ਸਮਝ ਆਉਂਦਾ ਹੈ ਆਪਾਂ ਉਹਨਾਂ ਕੀ ਯਤਨ ਕਰੀਏ, ਉਸ ਮਾਲਕ ਨੂੰ ਚੇਤੇ ਰੱਖੀਏ, ਉਹਨੂੰ ਵਿਸਾਰੀਏ ਨਾ, ਚੰਗੇ ਕਰਮ ਕਮਾਈਏ, ਚੰਗੇ ਢੰਗ ਨਾਲ ਜੀਵਨ ਜੀਵੀਏ, ਕਿਸੇ ਨੂੰ ਦੁਖੀ ਨਾ ਕਰੀਏ, ਕਿਸੇ ਦਾ ਦਿਲ ਨਾ ਦੁਖਾਈਏ, ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਦੂਜੇ ਨੂੰ ਤੇ ਸਮਝ ਕੇ ਅੱਗੇ ਵਧੀਏ। ਤੇ ਵਧਣਾ ਅੱਗੇ ਕਿੱਧਰ ਨੂੰ ਹੈ? ਆਪਣੇ ਅੰਦਰ ਨੂੰ, ਬਾਹਰ ਨੂੰ ਨਹੀਂ ਮੈਂ ਕਹਿ ਰਿਹਾ। ਆਪਣੇ ਅੰਦਰ ਨੂੰ ਵਧੀਏ ਤਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਪਾਵਾਂਗੇ। ਅਖੀਰਲਾ ਬਚਨ ਹੈ ਜੀ ਸਤਿਗੁਰੂ ਜੀ ਦਾ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਨ ਨਾ ਜਾਏ। ਪਰਮਾਤਮਾ ਮਨ ਮਹਿ ਆਪ, ਸਾਡੇ ਸਾਰਿਆਂ ਦੇ ਮਨਾਂ ਵਿੱਚ ਉਹ ਆਪ ਹੀ ਬਿਰਾਜਮਾਨ। ਇਸੇ ਲਈ ਫਰੀਦ ਜੀ ਨੇ ਆਖਿਆ ਸੀ, ਹਿਆਉ ਨਾ ਠਾਹੇ ਕਹੀਦਾ। ਕਿਸੇ ਦਾ ਭਾਈ ਦਿਲ ਨਾ ਦਿਖਾਈ, ਕਿਸੇ ਦਾ ਦਿਲ ਨਾ ਤੋੜੀ। ਜੋ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਆਪਣੇ ਪਿਆਰੇ ਨੂੰ ਮਿਲਣ ਦੀ ਆਸ ਰੱਖਦਾ ਹੈ, ਤਾਂਘ ਰੱਖਦਾ ਹੈ, ਫਿਰ ਕਿਸੇ ਦੇ ਦਿਲ ਨੂੰ ਨਾ ਦਿਖਾਈ। ਬੁੱਲੇ ਨੇ ਆਖਿਆ ਸੀ, ਦਿਲ ਵਿੱਚ ਦਿਲਬਰ ਰਹਿੰਦਾ। ਉਹ ਦਿਲਬਰ ਦਿਲਾਂ ਦੇ ਵਿੱਚ ਹੀ ਬਿਰਾਜਮਾਨ ਹੈ। ਕਿਸੇ ਦਾ ਦਿਲ ਨਾ ਤੋੜੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਦਾ ਨੁਕਸਾਨ ਨਾ ਕਰੀਏ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਫਰਮਾ ਰਹੇ ਨੇ, ਮਨ ਮਹਿ ਆਪ। ਸਾਰਿਆਂ ਦੇ ਮਨਾਂ ਵਿੱਚ ਉਹ ਆਪ ਬੈਠਾ। ਕਿਸੇ ਦਾ ਵੀ ਮਨ ਇਹੋ ਜਿਹਾ ਨਹੀਂ ਜਿਹਦੇ ਵਿੱਚ ਰੱਬ ਜੀ ਨਾ ਹੋ, ਚਾਹੇ ਉਹ ਚੋਰ ਹੋਵੇ ਤੇ ਚਾਹੇ ਉਹ ਸਾਧ ਹੋਵੇ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇੱਕ ਦਿਨ ਕਿਸੇ ਬ੍ਰਾਹਮਣ ਨੇ ਆਖਿਆ ਸੀ ਵੀ ਤੁਸੀਂ ਇਹ ਵਿਤਕਰਾ ਜਿਹੜਾ ਸੀ, ਸ਼ਾਸਤਰੀ ਹੈ ਜਿਹੜਾ ਮਰਿਆਦਾ ਸੀ, ਬ੍ਰਾਹਮਣ ਤੋਂ ਲੈ ਕੇ ਸ਼ੂਦਰ ਤੱਕ ਦੀ ਚੱਲਦੀ ਆ ਰਹੀ, ਤੁਸੀਂ ਉਸ ਨੂੰ ਤੋੜ ਕਿਉਂ ਦਿੱਤਾ ਹੈ, ਉਸ ਦੀ ਉਲੰਘਣਾ ਕਿਉਂ ਕੀਤੀ? ਗੁਰੂ ਜੀ ਨੇ ਆਖਿਆ ਸੀ, ਪੰਡਿਤ ਜੀ ਅਸੀਂ ਕੌਣ ਆ ਕਿਸੇ ਨੂੰ ਦੂਰ ਕਰਨ ਵਾਲੇ? ਸਾਡੇ ਲਈ ਸਾਰੇ ਇੱਕੋ ਜਿਹੇ ਨੇ, ਬ੍ਰਾਹਮਣ ਵੀ ਤੇ ਸ਼ੂਦਰ ਵੀ, ਵੈਸ਼ ਵੀ ਤੇ ਖੱਤਰੀ ਵੀ, ਸਾਡੇ ਲਈ ਸਾਰੇ ਇੱਕੋ ਜਿਹੇ ਨੇ। ਦੂਰ ਬੰਦਾ ਹੁੰਦਾ ਹੈ ਆਪਣੇ ਕਰਮਾਂ ਕਰਕੇ। ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਨੂੰ ਮਾੜਾ ਕਹਿ ਕੇ ਉਹਨੂੰ ਆਪਣੇ ਤੋਂ ਜਾਂ ਸੰਗਤ ਤੋਂ ਦੂਰ ਕਰ ਦਈਏ। ਸਾਨੂੰ ਇਹ ਹੱਕ ਨਹੀਂ। ਆਪਣੇ ਕਰਮਾਂ ਕਰਕੇ ਕੋਈ ਦੂਰ ਹੁੰਦਾ ਹੋਵੇ, ਆਪਣੇ ਕਰਮਾਂ ਕਰਕੇ ਕੋਈ ਨੇੜੇ ਹੁੰਦਾ ਤੇ ਪਿਆ ਹੋਵੇ, ਸਾਨੂੰ ਇਹ ਹੱਕ ਨਹੀਂ ਕਿ ਅਸੀਂ ਕਿਸੇ ਨੂੰ ਧੱਕਾ ਮਾਰ ਕੇ ਮੰਦਿਰ ਚੋਂ ਬਾਹਰ ਕੱਢ ਕੇ ਆਖੀਏ ਤੂੰ ਸ਼ੂਦਰ ਹੈ। ਇਹ ਸਾਨੂੰ ਹੱਕ ਨਹੀਂ ਹੋਣਾ ਚਾਹੀਦਾ। ਸਾਰਿਆਂ ਦੇ ਮਨਾਂ ਵਿੱਚ ਉਹ ਆਪ ਬੈਠਾ ਹੈ। ਮਨ ਆਪਣੇ ਮਾਹੇ, ਅਤੇ ਸਾਰੇ ਜਣੇ ਉਹਦੇ ਮਨ ਵਿੱਚ ਹੀ ਹਨ।
ਉਹ ਸਾਡੇ ਸਭਨਾਂ ਦੇ ਮਨਾਂ ਵਿੱਚ ਤੇ ਸਾਡੇ ਸਭਨਾਂ ਦੇ ਮਨ ਉਹਦੇ ਵਿੱਚ। ਜਿਵੇਂ ਕਿਵੇਂ ਦੇ ਵੀ ਅਸੀਂ ਹੈ ਆ, ਟੁੱਟੇ ਭੱਜੇ ਜੋ ਵੀ ਹੈਗੇ ਆ, ਮਾੜੇ ਚੰਗੇ, ਰੱਬ ਸਾਡੇ ਤੋਂ ਵੱਖ ਨਹੀਂ। ਬੁੱਲੇ ਨੇ ਆਖਿਆ ਸੀ, ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਉਹਨੂੰ ਵੇਖਣ ਦੀ ਕੋਸ਼ਿਸ਼ ਕਰ। ਤੇ ਉਹ ਗੁਰੂ ਜੀ ਨੇ ਆਖਿਆ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ, ਮੇਰਾ ਪ੍ਰੀਤਮ, ਮੇਰਾ ਦਿਲਬਰ ਨਜ਼ਰ ਆਉਂਦਾ ਹੈ, ਉਹ ਅੱਖਾਂ ਹੋਰ ਨੇ। ਉਹ ਅੱਖਾਂ ਗਿਆਨ ਵਾਲੀਆਂ ਨੇ, ਉਹ ਚਕਸ਼ੂ ਗਿਆਨ ਵਾਲੇ ਨੇ। ਉਹ ਗਿਆਨ ਸਾਨੂੰ ਗੁਰੂ ਜੀ ਹੁਣ ਦੇ ਤੇ ਰਹੇ ਨੇ, ਹੋਰ ਅਸੀਂ ਕਿੱਥੋਂ ਗਿਆਨ ਲੈਣ ਜਾਵਾਂਗੇ? ਜੇ ਅਸੀਂ ਹੁਣ ਲੱਭਦੇ ਫਿਰੀਏ ਵੀ ਸਾਨੂੰ ਕੋਈ ਗਿਆਨ ਕਰਾ ਦੇਵੇ, ਉਹ ਰਾਜੇ ਜਨਕ ਵਾਂਗੂ, ਕਿ ਜਿਵੇਂ ਮੈਂ ਘੋੜੇ ਤੇ ਚੜ੍ਹਾਂ ਤੇ ਬਸ ਇੰਨੇ ਟਾਈਮ 'ਚ ਹੀ ਮੈਨੂੰ ਕੋਈ ਗਿਆਨ ਕਰਾ ਦੇ, ਸਾਨੂੰ ਇਹੋ ਜਿਹਾ ਕੋਈ ਨਹੀਂ ਮਿਲਣ ਲੱਗਾ ਅਸ਼ਟਾਵਕਰੋਂ। ਆਹ ਗੁਰੂ ਜੀ ਗਿਆਨ ਦੇ ਰਹੇ ਨੇ ਭਾਈ, ਇਸ ਗਿਆਨ ਨੂੰ ਜ਼ਿੰਦਗੀ 'ਚ ਅਪਣਾਉਣਾ ਹੈ। ਜਿੱਦਣ ਆਪਾਂ ਅਪਣਾ ਲਾਂਗੇ, ਸਮਝ ਆ ਜਾਏਗੀ ਕਿ ਮੇਰੇ ਮਨ ਵਿੱਚ ਤੇ ਉਹ ਹੀ ਸੀ, ਮੇਰਾ ਮਨ ਤੇ ਉਹਦੇ ਵਿੱਚ ਹੀ ਸੀ, ਮੈਂ ਐਵੇਂ ਵੱਖਰਾ ਵੱਖਰਾ ਆਪਣੇ ਆਪ ਨੂੰ ਮਹਿਸੂਸ ਕਰਦਾ ਰਿਹਾ ਸਾਰੀ ਜ਼ਿੰਦਗੀ। ਨਾਨਕ ਕੀਮਤ ਕਹਿਣ ਨਾ ਜਾਏ, ਉਸ ਮਾਲਕ ਦੀ ਕੀਮਤ ਭਾਈ ਆਖੀ ਨਹੀਂ ਜਾ ਸਕਦੀ। ਕੀਮਤ ਦਾ ਮਤਲਬ ਉਹਦੀ ਵੈਲਿਊ ਅਸੀਂ ਨਹੀਂ ਪਾ ਸਕਦੇ। ਕਿੰਨਾ ਮਹਾਨ ਹੈ, ਕਿੰਨਾ ਦਇਆਵਾਨ ਹੈ, ਕਿੰਨਾ ਉਹ ਸ਼ੁਭ ਗੁਣਾਂ ਦਾ ਸੋਮਾ ਹੈ, ਕਿੰਨਾ ਕੁਝ ਅਸੀਂ ਤੇ ਵਰਣਨ ਹੀ ਨਹੀਂ ਨਾ ਕਰ ਸਕਦੇ ਉਹਦੇ ਗੁਣਾਂ ਨੂੰ। ਗੁਰੂ ਪੰਜਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਨਾਲ ਮੈਂ ਸਮਾਪਤੀ ਕਰਨਾ ਚਾਹਾਂਗਾ, ਜਿਹਦੇ ਵਿੱਚ ਗੁਰੂ ਜੀ ਨੇ ਆਖਿਆ, ਤੂੰ ਮਤਲਬ ਹੈ ਪਰਮਾਤਮਾ। ਹੇ ਪਰਮਾਤਮਾ, ਤੂੰ ਅਗੰਮ ਦਾ ਮਤਲਬ ਹੈ ਆਪਹੁੰਚ। ਜਿੱਥੋਂ ਤੱਕ ਮੇਰੇ ਆਪਣੇ ਗਿਆਨ ਦੀ ਪਹੁੰਚ ਨਹੀਂ ਹੋ ਸਕਦੀ, ਜਿੱਥੋਂ ਤੱਕ ਮੇਰੇ ਕਰਮ ਤੇ ਗਿਆਨ ਇੰਦਰੇ ਮੈਨੂੰ ਨਹੀਂ ਲਿਜਾ ਸਕਦੇ, ਤੂੰ ਉੱਥੋਂ ਤੱਕ ਹੈ। ਇਹਦਾ ਮਤਲਬ ਇਹ ਨਹੀਂ ਕਿ ਰੱਬ ਤੱਕ ਨਹੀਂ ਪਹੁੰਚ ਹੋ ਸਕਦੀ। ਜਿੱਥੋਂ ਤੱਕ ਮੇਰੇ ਕਰਮ ਤੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਤੂੰ ਉਸ ਤੋਂ ਵੀ ਪਰੇ ਤੱਕ ਹੈ। ਅਸੀਂ ਇਹਦੇ ਅਰਥ ਪਹਿਲਾਂ ਹੋਰ ਹੀ ਤਰ੍ਹਾਂ ਨਾਲ ਕਰਦੇ ਰਹੇ, ਮੈਂ ਵੀ ਉਹੀ ਕਰਦਾ ਹੁੰਦਾ ਸਾਂ, ਪਰ ਹੌਲੀ ਹੌਲੀ ਵੇਖੋ ਸਮਝ ਪੈ ਜਾਂਦੀ ਏ। ਰੱਬ ਤੱਕ ਪਹੁੰਚ ਔਖੀ ਨਹੀਂ, ਰੱਬ ਤੇ ਸਾਡੇ ਅੰਦਰ ਬੈਠਾ ਹੈ। ਉਹ ਤੇ ਆਵਾਜ਼ਾਂ ਮਾਰਦਾ ਪਿਆ ਵੀ ਆ ਜਾਓ ਮੇਰੇ ਕੋਲ, ਮੈਂ ਤੁਹਾਡੇ ਤੋਂ ਦੂਰ ਨਹੀਂ ਆ, ਮੈਂ ਤੁਹਾਡੇ ਤੋਂ ਵੱਖਰਾ ਨਹੀਂ ਆ। ਉਹਦੇ ਤੱਕ ਸਾਡੀ ਪਹੁੰਚ ਹੋ ਸਕਦੀ ਏ, ਲੇਕਿਨ ਉਹ ਕਿੱਥੋਂ ਤੱਕ ਏ, ਉੱਥੋਂ ਤੱਕ ਨਹੀਂ ਸਾਡੀ ਪਹੁੰਚ ਹੋ ਸਕਦੀ। ਉਹਦੀ ਬੇਅੰਤਤਾ ਦਾ ਵਰਣਨ ਆਪਾਂ ਨਹੀਂ ਕਰ ਪਾਉਂਦੇ। ਜਿਵੇਂ ਨਦੀਆਂ ਤਹਿਵਾ ਪਵਹਿ ਸਮੁੰਦ ਨਾ ਜਾਣੀ, ਉਹਦੇ ਵਿੱਚ ਸਮਾਇਆ ਜਾ ਸਕਦਾ ਹੈ, ਉਹਦੇ ਤੱਕ ਪਹੁੰਚ ਹੋ ਸਕਦੀ ਏ, ਲੇਕਿਨ ਉਹ ਨਦੀਆਂ ਤੇ ਨਾਲੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ। ਇਸ ਤਰ੍ਹਾਂ ਅਸੀਂ ਇਹ ਜੀਵ ਉਸ ਮਾਲਕ ਵਿੱਚ ਸਮਾ ਸਕਦਾ ਏ, ਲੇਕਿਨ ਉਹਦਾ ਅੰਤ ਨਹੀਂ ਪਾ ਸਕਦਾ। ਇਸ ਲਈ ਉਹਨੂੰ ਅਗੰਮ ਆਖਿਆ। ਦਇਆਲ ਉਹ ਦਇਆ ਦਾ ਘਰ ਏ, ਬੇਅੰਤ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਵਾਹਿਗੁਰੂ, ਹੇ ਬੇਅੰਤ ਪਰਮਾਤਮਾ, ਹੇ ਦਇਆ ਦੇ ਘਰ ਪਰਮਾਤਮਾ, ਹੇ ਉੱਥੋਂ ਤੱਕ ਪਸਰੇ ਹੋਏ ਪਰਮਾਤਮਾ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ। ਤੇਰੀ ਕੀਮਤ ਕਿਆ ਹੈ ਕੌਣ? ਤੇਰੀ ਕੀਮਤ ਕੌਣ ਆਖ ਸਕਦਾ? ਨਾਨਕ ਕੀਮਤ ਕਹਿਣ ਨਾ ਜਾਏ, ਤੇਰੀ ਕੀਮਤ ਕੌਣ ਆਖ ਸਕਦਾ? ਤੇਰੀ ਵੈਲਿਊ ਕੌਣ ਅੰਕ ਸਕਦਾ ਕਿ ਇੰਨੀ ਕੀ ਏ, ਇੱਥੋਂ ਕੁ ਤੱਕ ਹੀ ਏ ਰੱਬ। ਫਿਰ ਆਖਦੇ ਨੇ, ਤੁਧ ਸਿਰਜਿਆ ਸਭ ਸੰਸਾਰ। ਹੁਣ ਉਸ ਸੰਸਾਰ ਵਿੱਚ ਆਪਾਂ ਵੀ ਤੇ ਹਾਂ। ਸਾਡੀ ਸਿਰਜਣਾ ਫਿਰ ਕਿਹਨੇ ਕੀਤੀ? ਉਸੇ ਨੇ ਕੀਤੀ ਹੈ। ਤੁਧ ਸਿਰਜਿਆ ਸਭ ਸੰਸਾਰ, ਤੂੰ ਨਾਇਕ ਸਗਲ ਭਵਨ। ਭਵਨ ਦਾ ਮਤਲਬ ਸਾਰੇ ਬ੍ਰਹਿਮੰਡ। ਭਵਨ ਯਾਨੀ ਜਿੰਨੇ ਭਵਨ ਨੇ, ਜਿੰਨੇ ਬ੍ਰਹਿਮੰਡ ਨੇ, ਤੂੰ ਨਾਇਕ, ਤੂੰ ਉਹਨਾਂ ਸਭਨਾਂ ਦਾ ਆਗੂ ਹੈ, ਤੂੰ ਉਹਨਾਂ ਸਭਨਾਂ ਦਾ ਮਾਲਕ। ਸੋ ਗੁਰੂ ਸਾਹਿਬ ਨੇ ਸਾਨੂੰ ਬੰਦ ਨੰਬਰ 7 ਵਿੱਚ ਉਸ ਮਾਲਕ ਦੇ ਬਾਰੇ ਜਾਣਕਾਰੀ ਦਿੱਤੀ ਏ, ਤੇ ਸਾਨੂੰ ਇਹ ਗੱਲ ਸਮਝਾਈ ਏ ਕਿ ਉਹ ਉਪਦੇਸ਼ ਵੀ ਆਪ ਕਰਦਾ, ਸਮਝਦਾ ਵੀ ਆਪ ਏ, ਸਾਰਿਆਂ ਵਿੱਚ ਰਚਿਆ ਮਿਚਿਆ ਵੀ ਏ। ਇਹ ਵਿਸਥਾਰ ਉਹਨੇ ਆਪ ਹੀ ਕੀਤਾ ਹੈ। ਇਹ ਸਭ ਕੁਝ ਉਸੇ ਹੀ ਮਾਲਕ ਦਾ ਹੈ। ਦੱਸੋ ਉਸ ਤੋਂ ਵੱਖਰਾ ਕਿਵੇਂ ਕੋਈ ਹੋ ਸਕਦਾ ਹੈ? ਕਿਉਂਕਿ ਉਹ ਥਾਵਾਂ ਵਿੱਚ ਵੀ ਤੇ ਥਾਵਾਂ ਦੇ ਅੰਦਰ ਵੀ ਰਮਿਆ ਹੋਇਆ। ਉਹ ਬੜੇ ਕੌਤਕ ਕਰਦਾ ਹੈ, ਅਨੇਕਾਂ ਰੰਗਾਂ ਦੇ, ਬੇਅੰਤ ਕਿਸਮ ਦੇ ਕੌਤਕ ਕਰਦਾ ਜੋ ਬ੍ਰਹਿਮੰਡ ਵਿੱਚ ਹੋ ਰਹੇ ਨੇ।
ਤੇ ਆਪਾਂ ਵੇਖ ਰਹੇ ਹਾਂ, ਫਿਰ ਵੀ ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ। ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਮਤ ਨਹੀਂ ਆਖੀ ਜਾ ਸਕਦੀ, ਉਹਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਬੇਅੰਤ ਹੈ, ਬੇਅੰਤ ਹੈ। ਗੁਰੂ ਜੀ ਨੇ ਆਖਿਆ ਏ, ਤੂੰ ਬੇਅੰਤ ਕੋ ਵਿਰਲਾ ਜਾ। ਵਿਰਲਾ ਉਹ ਹੀ ਜਾਣਦਾ ਜਿਹੜਾ ਗੁਰੂ ਦੀ ਬਾਣੀ ਨੂੰ ਇਸ ਤਰ੍ਹਾਂ ਇੱਕ ਇੱਕ ਪੰਕਤੀ, ਇੱਕ ਇੱਕ ਅੱਖਰ ਅੱਖਰ ਕਰਕੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਮਝ ਲੈਂਦਾ ਕਿ ਗੁਰੂ ਜੀ ਕਿਸ ਤਰ੍ਹਾਂ ਕਹਿ ਰਹੇ ਨੇ ਉਹ ਬੇਅੰਤ। ਕੇਵਲ ਕਹਿਣ ਨਾਲ ਬੇਅੰਤ ਨਹੀਂ ਹੁੰਦਾ। ਬੇਅੰਤ ਹੋਣਾ ਜਿੱਦਣ ਅਸੀਂ ਅੰਦਰੋਂ ਮਹਿਸੂਸ ਕੀਤਾ ਉਸ ਨੂੰ ਕਿ ਸੱਚਮੁੱਚ ਹੀ ਉਹ ਬੇਅੰਤ ਹੈ। ਸੋ ਭਾਈ, ਅੱਜ ਮੈਂ ਆਪ ਜੀ ਦੇ ਨਾਲ ਇਹ ਬੰਦ ਨੰਬਰ 7 ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਕਾਫੀ ਭੁੱਲਾਂ ਹੋਈਆਂ ਨੇ ਤੇ ਬਹੁਤ ਚੀਜ਼ਾਂ ਰਹਿ ਗਈਆਂ ਹੋਣਗੀਆਂ। ਗੁਰੂ ਅਰਜਨ ਦੇਵ ਮਹਾਰਾਜ ਆਪ ਹੀ ਅਸਲ ਵਿੱਚ ਜਾਣਦੇ ਨੇ ਕਿ ਉਹਨਾਂ ਨੇ ਕਿਸ ਭਾਵ ਤੋਂ ਇਹ ਬਚਨ ਉਚਾਰੇ ਨੇ। ਅਸੀਂ ਆਪਣੀ ਸਮਝ ਮੁਤਾਬਕ ਇਹਨਾਂ ਨੂੰ ਸਮਝ ਰਹੇ ਹਾਂ, ਪਰ ਜਿੰਨਾ ਕੁ ਆਪਾਂ ਸਮਝ ਰਹੇ ਉਨਾ ਵੀ ਚੰਗਾ ਹੈ, ਮਾੜਾ ਨਹੀਂ। ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ, ਤਿਵੇਂ ਤਿਵੇਂ ਗੁਰੂ ਮਹਾਰਾਜ ਦੀ ਵਿਚਾਰਧਾਰਾ ਨੂੰ ਹੋਰ ਅਸੀਂ ਨੇੜਿਓਂ ਹੋ ਕੇ ਸਮਝ ਪਾਵਾਂਗੇ ਕਿ ਜਿਵੇਂ ਜਿਵੇਂ ਸਮਝਾਂਗੇ, ਤਿਵੇਂ ਤਿਵੇਂ ਸਾਡੇ ਜੀਵਨ ਵਿੱਚ ਕੁਛ ਚੰਗਾ ਹੀ ਹੋਏਗਾ, ਮਾੜਾ ਨਹੀਂ ਹੋਏਗਾ। ਸੋ ਇੰਨੇ ਕੁ ਸ਼ਬਦ ਤੁਸੀਂ ਅੱਜ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।